आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ए रंग एफएम, तुसी सुन रहे हो रंग एफएम। मैं गजल नहीं हाँ दोस्तों, ना मिली बहर दी आज हाँ। मैं नज़म हाँ आजाद जही, कुदरत दा एक अंदाज हाँ। मैं फुल हाँ ना वेल हाँ, मैं बिरख हाँ संगना सज्जरा। मेरी शावें जिंदगी सा लवे, मैं शक्तियां दा साज हाँ, मैं शक्तियां दा साज हाँ। रंग एफएम सुन रहे अजीज दोस्तों, मैं हाँ ਤੁਹਾਡੀ ਦੋਸਤ ਤੇ ਹੋਸਟ ਸਤਿੰਦਰ ਕੌਰ ਕਾਲੋ ਤੇ ਮੇਰੇ ਵੱਲੋਂ ਆਪ ਸਭ ਜੀ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅੱਜ ਫੇਰ ਸੋਮਵਾਰ ਹੈ, ਹਮੇਸ਼ਾ ਦੀ ਤਰ੍ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਕਲਮਾਂ ਦੇ ਰੂਬਰੂ ਲੈ ਕੇ ਹਾਜ਼ਰ ਹਾਂ। ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਸ ਅਦਬੀ ਕਲਮ ਦੇ ਮੈਂ ਤੁਹਾਨੂੰ ਰੂਬਰੂ ਕਰਵਾ ਰਹੀ ਹਾਂ, ਉਹ ਸਿੱਖਿਆ ਤੇ ਸਾਹਿਤ ਦਾ ਸੁਮੇਲ ਨੇ। ਲਗਭਗ 16 ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਨੇ। ਨਾਮਵਾਰ ਸਾਹਿਤ ਮੈਗਜ਼ੀਨ ਏਕਮ ਦੇ ਸੰਪਾਦਿਕਾ, ਪਵਿੱਤਰ ਨਗਰੀ ਅੰਮ੍ਰਿਤਸਰ ਦੀ ਜੰਪਲ ਤੇ ਵਸਨੀਕ, ਬਹੁਤ ਸਾਰੇ ਮਾਨਾਂ ਸਨਮਾਨਾਂ ਨਾਲ ਲਬਰੇਜ਼ ਉੱਘੇ ਕਵਿੱਤਰੀ ਅਰਤਿੰਦਰ ਸੰਧੂ ਜੀ। ਜੀ ਅਰਤਿੰਦਰ ਸੰਧੂ ਜੀ, ਆਪ ਜੀ ਦਾ ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਸਤਿੰਦਰ ਜੀ, ਤੁਹਾਡਾ ਵੀ, ਤੁਹਾਨੂੰ ਸਭ ਨੂੰ, ਦੀਪ ਸੰਧੂ ਜੀ ਨੂੰ, ਦੀਪ ਨਾਲ ਸਾਰੇ ਸਾਡੇ ਨਾਲ ਜੁੜੇ ਹੋਏ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਪੰਜਾਬ ਸਾਹਿਤ ਅਕੈਡਮੀ ਡਾਕਟਰ ਸਰਬਜੀਤ ਕੌਰ ਸੋਲ ਤੇ ਰੰਗ ਐਫਐਮ ਦੇ ਡਾਇਰੈਕਟਰ ਦੀਪ ਸੰਧੂ ਜੀ ਦਾ ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਇਸ ਸ਼ਖਸੀਅਤ ਦਾ ਮੇਲ ਸਾਡੇ ਨਾਲ ਅੱਜ ਕਰਵਾਇਆ ਤੇ ਅਸੀਂ ਇਹਨਾਂ ਨੂੰ ਆਪ ਦੇ ਰੂਬਰੂ ਕਰ ਰਹੇ ਹਾਂ। ਦੋਸਤੋ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਆਓ ਅਰਤਿੰਦਰ ਸੰਧੂ ਜੀ ਦੀ ਇੱਕ ਛੋਟੀ ਜਿਹੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ। ਆਓ ਇਹਨਾਂ ਦੀ ਵੀਡੀਓ ਦੇਖੀਏ।
ਜੀ ਅਰਤਿੰਦਰ ਸੰਧੂ ਜੀ, ਬਹੁਤ ਅਦਬ ਸਹਿਤ ਆਪ ਜੀ ਦਾ ਇੱਕ ਵਾਰ ਫਿਰ ਕਲਮਾ ਦੇ ਰੂਪ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਤੇ ਆਪ ਜੀ ਦਾ ਆਗਾਜ਼ ਆਪ ਜੀ ਦੀਆਂ ਹੀ ਚੰਦ ਲਾਈਨਾਂ ਦੇ ਨਾਲ। ਰਾਤ ਦੀ ਕਾਲੀ ਗਹਿਰੀ ਛਾਵੇਂ, ਤਾਰਿਆਂ ਦੀ ਡਲਕੇ ਦੋ, ਜ਼ਿੰਦਗੀ ਤੇ ਜ਼ਿੰਦ ਗੱਲਾਂ ਕਰਦੇ ਕੋਲੇ ਕੋਲ ਖਲੋ। ਜਿੰਦੇ ਨੀ ਤੂੰ ਗੱਲਾਂ ਕਰ ਲੈ ਮਨ ਦੇ ਧੋਣੇ ਤੋਂ। ਖੂਬਸੂਰਤ ਲਾਈਨਾਂ ਦੀ ਮਲਕਾ ਅਰਤਿੰਦਰ ਸੰਧੂ ਜੀ। ਜੀ ਅਰਤਿੰਦਰ ਜੀ, ਆਪਣੀ ਗੁਫ਼ਤਗੂ ਸ਼ੁਰੂ ਕਰਨ ਤੋਂ ਪਹਿਲੇ ਮੈਂ ਚਾਹਾਂਗੀ ਕਿ ਆਪ ਆਪਣੇ ਪਿਛੋਕੜ ਦੇ ਬਾਰੇ ਚ ਕੁਝ ਸਾਡੇ ਸਰੋਤਿਆਂ ਨਾਲ ਸਾਂਝ ਪਾਓ ਜੀ। ਮੈਂ ਸਾਇੰਸ ਸਟੂਡੈਂਟ ਰਹੀ ਹਾਂ ਪਹਿਲਾਂ ਜੀ। ਤੇ ਬਹੁਤ ਦੇਰ ਸਾਇੰਸ ਅਧਿਆਪਕਾ ਵੀ ਰਹੀ ਹਾਂ, ਫਿਰ ਪ੍ਰਮੋਸ਼ਨ ਹੋ ਗਈ ਤਾਂ ਫਿਰ ਹੈਡਮਿਸਟਰਸ ਦੇ ਤੌਰ ਜੀ। ਤੇ ਰਿਟਾਇਰ ਹੋਈ ਸੀ। ਜੀ ਤਾਂ ਕਿਉਂਕਿ ਸਾਇੰਸ ਪੜ੍ਹਨ ਨਾਲ ਇੱਕ ਐਟੀਟਿਊਡ ਬਣ ਜਾਂਦਾ ਤੁਹਾਡਾ, ਪਰ ਉਹਦੇ ਨਾਲ ਮੈਂ ਨੇਚਰ ਨਾਲ ਵੀ ਜ਼ਿਆਦਾ ਕਨੈਕਟ ਹੋ ਗਈ ਤੇ ਨੇਚਰ ਜੀ। ਮੇਰੀਆਂ ਬਹੁਤ ਸਾਰੀਆਂ ਕਵਿਤਾਵਾਂ 'ਚ ਕੁਦਰਤ ਜਿਹੜੀ ਹੈ ਉਹ ਝਲਕਦੀ ਹੈ। ਮੈਂ ਜੀ ਇਨਫੈਕਟ ਮੈਂ ਇਹਦੇ ਤੋਂ ਹੀ ਪ੍ਰਭਾਵਿਤ ਸੀ ਜ਼ਿਆਦਾ। ਤੇ ਬਾਕੀ ਮੇਰਾ ਲਿਖਣ ਦਾ ਪ੍ਰੋਸੈਸ ਤਾਂ ਸਕੂਲ ਪੜ੍ਹਦਿਆਂ ਹੀ ਕਵਿਤਾ ਲਿਖਣਾ ਸ਼ੁਰੂ ਹੋ ਗਿਆ ਸੀ 6ਵੀਂ 7ਵੀਂ 'ਚ। ਜੀ ਪਰ ਉਦੋਂ ਇੰਨਾ ਹੀ ਸ਼ੌਕ ਹੁੰਦਾ ਸੀ ਕਿ ਪੜ੍ਹ ਕੇ ਸਕੂਲ ਵਿੱਚ ਬਾਲ ਸਭਾ ਵਿੱਚ ਸੁਣਾ ਦਿਓ ਤੇ ਬਸ ਉਹ ਕਵਿਤਾ ਖਤਮ ਹੋ ਗਈ। ਜੀ। ਫਿਰ ਤੇ ਅਰਤਿੰਦਰ ਜੀ ਤੁਹਾਡੇ ਤੋਂ ਮੁਹਾਵਰਾ ਪੂਰਾ ਟੁਕਦਾ ਕਿ ਹੋਣਹਾਰ ਵਿਰਵਾਨ ਕੇ ਚਿਕਨੇ ਚਿਕਨੇ ਬਾਤ, ਕਿ ਬਚਪਨ ਚ ਚਿਣਕ ਸੀ ਤੁਹਾਨੂੰ ਲਿਖਣ ਦੀ। ਜੀ। ਤਾਂ ਫਿਰ ਕਾਲਜ ਵਿੱਚ ਵੀ ਕਾਲਜ ਮੈਗਜ਼ੀਨਾਂ ਵਿੱਚ ਛਪਦੀਆਂ ਰਹੀਆਂ, ਪਰ ਮੈਂ ਸਾਇੰਸ ਨਾਲ ਜੁੜੀ ਹੋਣ ਕਰਕੇ ਪੰਜਾਬੀ ਡਿਪਾਰਟਮੈਂਟ ਨਾਲ ਜ਼ਿਆਦਾ ਜੁੜ ਨਹੀਂ ਸਕੀ, ਲੇਕਿਨ ਮੇਰਾ ਪੜ੍ਹਨ ਦਾ ਸਿਲਸਿਲਾ ਜਾਰੀ ਰਿਹਾ ਤੇ ਉਹ ਜੀ ਪੜ੍ਹਨ ਨਹੀਂ ਅੰਦਰ ਹੀ ਤੁਹਾਡੇ ਸੰਚਿਤ ਹੋ ਜਾਂਦਾ, ਕਿਤੇ ਜੁੜ ਜਾਂਦਾ ਹੈ। ਬਿਲਕੁਲ ਤੁਸੀਂ ਬਿਲਕੁਲ ਲਿਖਣ ਨਾਲ ਜੁੜੇ ਰਹਿੰਦੇ ਹੋ। ਜੀ। ਵੈਸੇ ਮੈਂ ਇੱਥੇ ਪੁੱਛਣਾ ਚਾਹਾਂਗੀ ਕਿ ਤੁਸੀਂ ਤੇ ਬਿਲਕੁਲ ਵੈਸੇ ਬਖੂਬੀ ਦੱਸਿਆ, ਪਰ ਸਾਇੰਸ ਤੇ ਸਾਹਿਤ ਦੋਨਾਂ ਦੀ ਕੈਮਿਸਟਰੀ ਆਪਸ ਵਿੱਚ ਕਿਸ ਤਰ੍ਹਾਂ ਜੁੜ ਗਈ? ਸਾਇੰਸ ਦੇ ਵਿੱਚ ਅਸੀਂ ਕਿਆ ਪ੍ਰਯੋਗ ਕਰਦੇ ਹਾਂ, ਚੀਜ਼ਾਂ ਪੜ੍ਹਦੇ ਹਾਂ, ਪਰ ਸਾਹਿਤ ਨਾਲ ਆਮ ਤੌਰ ਤੇ ਸੋਚਿਆ ਜਾਂਦਾ ਕਿ ਪੰਜਾਬੀ ਦੇ ਸਟੂਡੈਂਟ, ਲਿਟਰੇਚਰ ਦੇ ਜਿਹੜੇ ਸਟੂਡੈਂਟ ਆ ਉਹ ਸਾਹਿਤ ਨਾਲ ਜੁੜਦੇ ਆ, ਪਰ ਤੁਹਾਡੇ ਲਈ ਇੱਕ ਬੜੀ ਨਿਵੇਕਲੀ ਗੱਲ ਹੈ ਕਿ ਤੁਸੀਂ ਇੱਕ ਸਾਇੰਸ ਦੇ ਸਟੂਡੈਂਟ ਹੋ ਕੇ ਤੇ ਤੁਸੀਂ ਸਾਹਿਤ ਨਾਲ ਜੁੜੇ। ਔਰ ਬਹੁਤ ਜ਼ਿਆਦਾ ਮੈਂ ਤੇ ਕਹਾਂਗੀ ਕਿ ਬਹੁਤ ਜ਼ਿਆਦਾ ਮੈਂ ਕਹਾਂਗੀ ਤੁਹਾਡੀਆਂ ਕਿਤਾਬਾਂ ਸਾਹਿਤ ਜਗਤ 'ਚ ਹੋਈਆਂ, ਜਿਸ ਤਰ੍ਹਾਂ ਸਿਜਦੇ ਜੁਗਨੂਆਂ ਨੂੰ, ਸੰਪਦਨ, ਇੱਕ ਟੋਟਾ ਵਰੇਸ, ਏਕਮ ਦੀ ਫੰਕ, ਕਿਣਮਿਣ ਅੱਖਰ, ਸ਼ੀਸ਼ੇ ਦੀ ਜੂੰ, ਕਿੱਥੋਂ ਆਉਂਦੀ ਕਵਿਤਾ, ਕਦੇ ਕਦਾਈ, ਘਰ ਘਰ, ਆਪਣੇ ਤੋਂ ਆਪਣੇ ਤੱਕ, ਕਦੇ ਤਾਮਿਲ ਜ਼ਿੰਦਗੀ, ਵੇਲਾ ਮੌਸਮ, ਘਰ ਘਰ ਤੇ ਘਰ। ਬਹੁਤ ਸਾਰੀਆਂ ਅਨੁਵਾਦਿਤ ਪੁਸਤਕਾਂ ਵੀ ਨੇ 3 ਦੇ ਕਰੀਬ, ਔਰ ਤੁਸੀਂ ਵਾਰਤਕ ਦੀ ਕਿਤਾਬ ਵੀ ਹੁਣ ਤੁਹਾਡੀ ਪਿੱਛੇ ਜੀ ਆਈ, ਜੜਾਂ ਦੇ ਵਿੱਚ ਵਿਚਾਲੇ। ਜੀ। ਤੁਸੀਂ ਕੁਝ ਆਲੋਚਨਾ ਦੀਆਂ ਕਿਤਾਬਾਂ ਵੀ, ਬਹੁਤ ਸਾਰੀਆਂ ਕਿਤਾਬਾਂ ਤੁਸੀਂ ਸਾਹਿਤ ਦੀ ਝੋਲੀ ਪਾਈਆਂ। ਤੁਹਾਡੀ ਸਭ ਤੋਂ ਪਹਿਲੀ ਕਿਤਾਬ ਕਿਹੜੀ ਸੀ? ਸਿਜਦੇ ਜੁਗਨੂਆਂ ਨੂੰ। ਹਾਂਜੀ, ਸਭ ਤੋਂ ਪਹਿਲੀ ਸਿਜਦੇ ਜੁਗਨੂਆਂ ਨੂੰ ਜੀ। ਇਹ ਕਵਿਤਾਵਾਂ ਦੀ ਕਿਤਾਬ ਸੀ? ਹਾਂਜੀ, ਕਵਿਤਾਵਾਂ ਦੀ ਸੀ। ਅਸਲ 'ਚ ਇਹ ਜਿਹੜੀ ਕਵਿਤਾ ਸੀ ਇਹ ਮੇਰੀ ਕਾਲਜ ਟਾਈਮ ਦੀਆਂ ਕਵਿਤਾਵਾਂ ਦੀ ਹੀ ਅੱਛਾ ਜੀ। ਕਿਤਾਬ ਸੀ। ਇਹ ਕਵਿਤਾਵਾਂ ਮੈਂ ਕਾਲਜ ਪੜ੍ਹਦੇ ਦੀ ਇਹ ਪਈਆਂ ਰਹੀਆਂ
ਤਾਂ ਆਫਟਰ ਮੈਰਿਜ ਮੈਂ ਇੱਕਦਮ ਮਾਹੌਲ ਬਦਲ ਗਿਆ, ਜ਼ਿੰਮੇਵਾਰੀਆਂ ਜੀ ਬਹੁਤ ਸਾਰੀਆਂ ਪੈ ਜਾਂਦੀਆਂ ਨੇ। ਤਾਂ ਉਹ ਕਾਪੀ ਮੇਰੀ ਐ ਸੱਚ ਮੇਰੀ ਮੈਂ ਲੈ ਤਾਂ ਆਈ, ਪਰ ਮੈਨੂੰ ਉਹਨੂੰ ਕਦੀ ਖੋਲਣ ਦਾ ਟਾਈਮ ਨਹੀਂ ਮਿਲਿਆ। 27 ਸਾਲ ਨਿਕਲ ਗਏ ਜੀ ਇਸ ਚੱਕਰ 'ਚ। ਵਾਹ 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 ਸ਼ੁਭਮ ਬੱਚੇ ਵੱਡੇ ਹੋ ਗਏ, ਡਾਕਟਰ ਬਣ ਗਏ, ਅੱਛਾ ਦੋਨੋਂ ਜੀ ਉਹ ਆਪਣੀ ਸਭ, ਬੇਟਾ ਅਮਰੀਕਾ, ਬੇਟੀ ਲੁਧਿਆਣੇ, ਇੱਥੇ ਸਾਰੇ ਆਪਣੇ ਜਗ੍ਹਾ ਤੇ ਸੈਟਲ ਹੋ ਗਏ। ਤਾਂ ਮੈਂ ਜੀ ਫਿਰ ਰਿਟਾਇਰਮੈਂਟ ਤੋਂ ਕੁਝ ਪਹਿਲਾਂ ਇਸ ਪ੍ਰੋਸੈਸ ਨਾਲ ਫਿਰ ਕਿਉਂਕਿ ਮੇਰੀ ਪੜ੍ਹਨ ਦੀ ਆਦਤ ਲਗਾਤਾਰ ਬਣੀ ਰਹੀ ਸੀ, ਲਿਟਰੇਚਰ ਦੀ। ਜੀ ਸਟੂਡੈਂਟ ਹੁੰਦਿਆਂ ਵੀ, ਸਾਇੰਸ ਸਟੂਡੈਂਟ ਜੀ ਹੁੰਦਿਆਂ ਵੀ ਲਾਇਬ੍ਰੇਰੀ ਨਾਲ ਜੁੜੀ, ਤੇ ਲਗਾਤਾਰ 1-2 ਕਿਤਾਬਾਂ ਮੈਂ ਇਸ਼ੂ ਕਰਾ ਕੇ ਲਿਆਉਂਦੀ ਰਹਿੰਦੀ, ਉਹ ਪੜ੍ਹਦੀ ਹੀ ਰਹਿੰਦੀ ਸੀ। ਜੀ ਇਸ ਜੀ ਕਰਕੇ ਇਹ ਉਪਰਾ ਨਹੀਂ ਜਾਪਿਆ। ਕੁਝ ਇੰਗਲਿਸ਼ ਜੀ ਮੀਡੀਅਮ ਸਾਇੰਸ ਪੜ੍ਹੀ, ਜੀ ਨਾਲ ਪੰਜਾਬੀ ਨਾਲ ਜੁੜੇ ਰਹਿਣਾ, ਇਹ ਬਰਾਬਰ ਚੱਲਦਾ ਰਿਹਾ। ਤਾਂ ਉਹ ਬਿਲਕੁਲ ਪਹਿਲੀ ਜੀ ਕਿਤਾਬ ਜਿਹੜੀ ਸੀ 27 ਸਾਲ ਪਹਿਲਾਂ, ਐਕਚੁਅਲੀ ਮੈਂ ਸ਼ਾਇਦ ਮੈਂ ਉਹ ਕਦੀ ਨਾ ਛਪਦੀ। ਮੇਰੇ ਜੀ ਇੱਕ ਟੀਚਰ ਨੇ ਮੈਨੂੰ ਕਿਹਾ ਉਹ ਕਿਤਾਬ ਚ ਪੜ੍ਹ। ਮੈਂ ਕਿਹਾ ਉਹ ਕੌਣ ਪੜ੍ਹੇਗਾ? ਕਹਿੰਦੀ ਹੈ ਚਲੋ ਹੂੰ ਕਵਿਤਾਵਾਂ ਸੰਭਾਲੀਆਂ ਜਾਣਗੀਆਂ। ਉਹ ਜੀ ਕਵਿਤਾਵਾਂ ਸੰਭਾਲਣ ਦੇ ਚੱਕਰ ਵਿੱਚ ਉਹ ਕਿਤਾਬ ਛਪਾਈ, ਜਾਪ ਜਾਚ ਵੀ ਨਹੀਂ ਸੀ ਛਪਾਈ। ਤਾਂ ਉਸ ਦੌਰਾਨ ਉਹਨਾਂ ਨੂੰ ਪੜ੍ਹਦਿਆਂ, ਉਹਨਾਂ ਨੂੰ ਐਡਿਟ ਕਰਦਿਆਂ ਮੈਂ ਦੁਬਾਰਾ ਤੋਂ ਕਵਿਤਾ ਨਾਲ ਜੁੜ ਗਈ। ਤਾਂ ਫਿਰ ਜੀ ਉਸ ਹਿਸਾਬ ਨਾਲ ਫਿਰ ਉਹ ਸਿਲਸਿਲਾ ਲਗਾਤਾਰ ਚੱਲਿਆ। ਅੰਦਰ ਜੋ ਵੀ ਤੁਹਾਡੇ ਹੁੰਦਾ ਹੈ ਉਹ ਪਿਆ, ਕੁਦਰਤ ਨਾਲ ਮਿਕਸ ਅਪ ਹੁੰਦੇ ਰਹਿੰਦੇ ਹੋ ਕਿਤੇ ਨਾ ਕਿਤੇ। ਉਹ ਸਾਰਾ ਸਿਲਸਿਲਾ ਫਿਰ ਅਜੇ ਤੱਕ ਚੱਲਦਾ ਰਿਹਾ। ਵਾਰਤਕ ਜਦੋਂ ਤੋਂ ਮੈਂ ਮੈਗਜ਼ੀਨ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਉਦੋਂ ਜੀ ਤੋਂ ਨਾਲ ਵਾਰਤਕ ਨਾਲ ਵੀ ਇਹ ਸਿਲਸਿਲਾ ਜੁੜ ਗਿਆ। ਜੀ ਤੁਸੀਂ ਇਸ ਕਿਤਾਬ ਚੋਂ ਕੋਈ ਕਵਿਤਾ ਦੀ ਸਾਂਝ ਪਾਓ ਸਾਡੇ ਨਾਲ। ਮੇਰੀ ਕਿਤਾਬ ਹੈ ਇੱਕ ਜੀ, ਵਿਚਲਾ ਮੌਸਮ, ਜੀ ਜਿਹੜੀ ਕਿ ਵਿਚਲਾ ਮੌਸਮ ਸਾਡੇ ਮਾਹੌਲ, ਜਿਹੜਾ ਅੱਜ ਕੱਲ ਦਾ ਮਾਹੌਲ ਸੀ, ਜਿਹੜਾ ਮੈਨੂੰ ਕੁਝ ਸਾਲ ਪਹਿਲਾਂ, ਮੈਂ ਬਟਾਲੇ ਹੀ ਐਕਚੁਅਲੀ ਕਿਸੇ ਤੁਹਾਡੇ ਬਟਾਲੇ ਤੋਂ ਸ਼ੁਰੂ ਹੋਈ, ਤਾਂ ਜੀ ਉੱਥੇ ਇੱਕਦਮ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਜੋ ਮੈਨੂੰ ਲੱਗਦਾ ਸੀ ਕਿ ਸਾਡਾ ਜਿਹੜਾ ਜ਼ਿੰਦਗੀ ਹੈ, ਜਿਹੜੀ ਪਹਿਲਾਂ ਜ਼ਿੰਦਗੀ ਸੀ, ਤਾਂ ਜਿਹੜੀ ਹੁਣ ਇੱਕਦਮ ਬਹੁਤ ਸਾਰਾ ਕੁਝ ਗਾਇਬ ਹੋ ਗਿਆ। ਜੀ ਬਿਲਕੁਲ ਉਹ ਵਿਚਲੇ ਮੌਸਮ ਦੇ ਵਿੱਚ ਮਤਲਬ ਸਾਡੇ ਅੱਜ ਦੇ ਹਾਲਾਤ ਦੀਆਂ ਕਵਿਤਾਵਾਂ ਸਨ। ਤੇ ਜੀ ਉਹਦੇ ਵਿੱਚ ਹੀ ਉਸ ਤੋਂ ਪਹਿਲੀ ਕਿਤਾਬ ਸੀ ਮੇਰੀ ਕਦੇ ਤਾਂ ਮਿਲ ਜ਼ਿੰਦਗੀ, ਜਿਹੜੀ ਕਿ ਜ਼ਿੰਦਗੀ ਦੇ ਬਹੁਤ ਸਾਰੇ ਵਰਤਾਰਿਆਂ ਦੇ ਰੂਬਰੂ ਸੀ। ਉਸ ਜੀ ਦੌਰਾਨ ਹੀ ਕਵਿਤਾ ਦੇ ਬਾਰੇ 'ਚ ਇੱਕ ਕਿਤਾਬ ਸੀ। ਮੈਨੂੰ ਲੱਗਿਆ ਕਿ ਕਵਿਤਾ ਜਿਹੜੀ ਹੈ ਉਹ ਮਤਲਬ ਕਿਵੇਂ ਰਿਸ਼ਤਾ ਹੈ। ਮੈਨੂੰ ਲੱਗਦਾ ਕਵਿਤਾ ਕਿਸ ਤਰੀਕੇ ਨਾਲ ਸਾਡੇ ਕੋਲ ਆਉਂਦੀ ਹੈ। ਤਾਂ ਜੀ ਉਹ ਕਵਿਤਾ ਹੈ, ਕਵਿਤਾ ਤੂੰ ਕੀ ਹੈ ਮੇਰੀ, ਉਹਦਾ ਅਨੁਮਾਨ ਹੈ ਕਵਿਤਾ ਦਾ। ਜੀ ਕਵਿਤਾ, ਤੂੰ ਮੇਰੀ ਬੇਟੀ ਹੈ, ਹੂੰ ਤੁਰਦੀ ਮੇਰੇ ਨਾਲ ਮੇਰੇ ਭਾਵਾਂ ਨਾਲ ਮਚਲਦੀ, ਹੂੰ ਤੁਰਦੀ ਮੇਰੇ ਸਾਹਾਂ ਦੇ ਗਲਿਆਰਿਆਂ ਦੇ ਵਿੱਚ ਵੀ ਚਾਲੇ, ਲਿਪਟ ਜਾਂਦੀ, ਕਦੇ ਲਪੇਟ ਲੈਂਦੀ ਮੈਨੂੰ। ਜੀ ਤੂੰ ਮੇਰੀ ਸਖੀ ਹੈ, ਹੂੰ ਮੇਰੀ ਕੱਲ ਦਾ ਹੱਥ ਫੜ, ਘੁਮਾ ਲਿਆਉਂਦੀ ਹੂੰ ਅੰਦਰੋਂ ਮੇਰਿਓਂ, ਚੂੰਦੀ ਜ਼ਖਮਾਂ ਨੂੰ ਤੇ ਪਲੋਸਦੀ ਚੁਣ ਪੀੜਾਂ, ਸਹਿਲਾਉਂਦੀ ਉਹਨਾਂ ਨੂੰ। ਤੂੰ ਮੇਰੀ ਮਾਂ ਹੈ, ਜੋ ਹੂੰ ਕਿ ਮੇਰੇ ਸਾਹਾਂ ਦੀਆਂ ਟੁੱਟਦੀਆਂ ਤੰਦਾਂ, ਫਿਰਦੀ ਮੇਰੇ ਪਿੱਛੇ ਖੰਡਰਾਂ ਬਿਆਬਾਨਾਂ ਵਿੱਚ, ਭਟਕਦੀਆਂ ਸੋਚਾਂ ਮੇਰੀਆਂ ਨੂੰ ਸ਼ਬਦਾਂ ਦੇ ਕਲਾਵੇ ਵਿੱਚ ਲਪੇਟ ਲਾ ਲੈਂਦੀ ਗੱਲ ਨਾਲ। ਜੀ ਤੂੰ ਮੇਰਾ ਪਿਤਾ ਹੈ, ਹੂੰ ਬਹੁਤ ਅੱਛੇ ਫੁੱਲਾਂ ਦੀਆਂ ਕੰਡਿਆਲੀਆਂ ਚੁੱਪਾਂ, ਜ਼ਿੰਦਗੀ ਦੀਆਂ ਤਿੱਖੜ ਧੁੱਪਾਂ ਤੇ ਗਮਾਂ ਦੇ ਸੁੱਕਦੇ ਹੜਾਂ, ਤੂਲ ਜਾਣਾ ਏ ਤੂਫਾਨਾਂ ਚੋਂ, ਹੱਥ ਫੜਾ ਬਚਾ ਕੇ ਲੈ ਜਾਵੇਂ ਸਦਾ। ਤੂੰ ਬਹੁਤ ਅੱਛੇ ਮੇਰਾ ਮਹਿਬੂਬ ਹੈ, ਹੂੰ ਦਰਿਆ ਤਰਸਾਉਣਾ ਮਿਲਣ ਲਈ, ਚਾਣਚੱਕ ਆਉਣਾ, ਸਾਹਮਣੇ ਬਿਠਾਉਣਾ, ਮਿਟਾ ਦੇਣੇ ਸ਼ਿਕਵੇ ਸਾਰੇ। ਹੂੰ ਕਿਤੇ ਮੈਂ ਹੀ ਤਾਂ ਨਹੀਂ, ਮੇਰੀ ਦੁਫਾੜਤਾ ਦਾ ਫਾੜ ਗੁਆਚ ਜਾਵੇਂ ਅੰਦਰ ਮੇਰੇ, ਮੇਰੀਆਂ ਹੀ ਕੰਦਰਾਂ ਵਿੱਚ ਕਿਤੇ, ਤੇ ਲੱਭਦੀ ਫਿਰਾਂ ਮੈਂ ਜੰਗਲ ਵੇਲੇ, ਤੇਰਾ ਹੋਣਾ ਮੇਰਾ ਹੋਣਾ, ਅਹਿਸਾਸ ਪਰ ਜੀਣਾ, ਤੇ ਪੁੱਛਦੇ ਰਹਿਣਾ ਤੂੰ ਮੇਰੀ ਕੀ ਹੈ ਕਵਿਤਾ। ਵਾਹ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ, ਬਹੁਤ ਵਧੀਆ ਅੰਦਾਜ਼ੇ ਬਿਆਨ ਆਪ ਜੀ ਦਾ, ਬਹੁਤ ਵਧੀਆ ਰਤਿੰਦਰ ਸੰਧੂ ਜੀ, ਬਹੁਤ ਮਜ਼ਾ ਆ ਰਿਹਾ ਸੀ ਸੁਣ ਕੇ ਕਵਿਤਾ। ਤੇ ਮੈਂ ਤੁਹਾਡੀ ਨਾ ਕਿਤਾਬਾਂ ਦੇ ਨਾਮ ਦੇਖ ਰਹੀ ਸੀ, ਬੜੇ ਅਲੱਗ ਨਾਮ ਨੇ, ਇੱਕ ਟੋਟਾ ਵਰੇਸ। ਕਿਤਾਬਾਂ ਦੇ ਨਾਮ ਤੁਸੀਂ ਬਹੁਤ ਚੁਣ ਕੇ, ਕਿਣ-ਮਿਣ ਅੱਖਰ, ਬਹੁਤ ਅੱਛੇ ਵਧੀਆ। ਇਹ ਤੁਸੀਂ ਕੀ ਜਿਹੜੀਆਂ ਕਵਿਤਾਵਾਂ ਦੇ ਵਿੱਚੋਂ ਹੀ ਉਹਨਾਂ ਦੇ ਨਾਮ ਚੁਣੇ,
ਜਾਂ ਕਿਸ ਤਰ੍ਹਾਂ ਤੁਸੀਂ ਇਹ ਇੰਨੇ ਸੋਹਣੇ ਖੂਬਸੂਰਤ ਨਾਮ ਲਿਖੇ? ਅਸਲ 'ਚ ਜਿਹੜਾ ਮੇਰਾ ਜੋ ਵੀ ਲਿਖਿਆ ਜਾਂਦਾ ਹੈ ਜੀ ਉਹ ਕਿਤੇ ਨਾ ਕਿਤੇ ਅੰਦਰੋਂ ਹੀ ਨਿਕਲਦਾ ਹੈ ਤੁਹਾਡੇ ਅੰਦਰ। ਬਿਲਕੁਲ ਬਿਲकुल ਮੈਂ ਬਿਲकुल ਜਿਸ ਮਾਹੌਲ ਵਿੱਚ ਸਾਹ ਲੈਂਦੀ ਹਾਂ, ਜਿਸ ਮਾਹੌਲ ਵਿੱਚ ਜੀ ਰਹੀ ਹੁੰਦੀ ਹਾਂ, ਉਸ ਮਾਹੌਲ ਚੋਂ ਹੀ ਕਵਿਤਾ ਨਿਕਲਦੀ ਤੇ ਉਸੇ ਵਿੱਚੋਂ ਹੀ ਉਸ ਤਰ੍ਹਾਂ ਦੇ ਇਹਦਾ ਨਾਮ ਨਾਮ naturally ਨਿਕਲ ਹੁੰਦੇ ਆਉਂਦਾ। ਨੇ ਜਿਵੇਂ ਬਹੁਤ ਖੂਬ ਜੀ, ਬਹੁਤ। ਜਿਸ ਤਰ੍ਹਾਂ ਸ਼ੀਸ਼ੇ ਦੀ ਜੂਨ, ਆਪਣੇ ਤੋਂ ਆਪਣੇ ਤੱਕ, ਇਹਨਾਂ ਦੇ ਵਿੱਚੋਂ ਕੋਈ ਕਵਿਤਾ ਦੀ ਸਾਂਝ ਪਾਓ। ਤੁਹਾਡੀਆਂ ਤੇ ਬਹੁਤ ਹੀ ਖੂਬਸੂਰਤ ਕਵਿਤਾਵਾਂ ਨੇ। ਅਸੀਂ ਚਾਹਾਂਗੇ ਕਿ ਵੱਧ ਤੋਂ ਵੱਧ ਸਰੋਤੇ ਤੁਹਾਡੀਆਂ ਕਵਿਤਾਵਾਂ ਦਾ ਆਨੰਦ ਮਾਣਨ। ਮੈਂ ਇੱਕ ਕਵਿਤਾ ਸਾਂਝੀ ਕਰ ਰਹੀ ਹਾਂ ਕਿ ਜਿਹੜੇ ਸਾਨੂੰ ਲੱਗਦਾ ਹੈ ਕਿ ਇਨਸਾਨ, ਅੱਜ ਦਾ ਇਨਸਾਨ, ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਹੀ ਰੁੱਝੇ ਹੋਏ ਆਪਣੇ ਆਪ ਜੀ ਨੂੰ ਭੁੱਲ ਜਾਂਦੇ ਹਾਂ, ਆਪਣੀ ਬਿਲਕੁਲ ਪਰਵਾਹ ਹੀ ਨਹੀਂ ਕਰ ਰਹੇ ਹੁੰਦੇ। ਤਾਂ ਬਿਲਕੁਲ ਉਸ ਤਰ੍ਹਾਂ ਦੇ ਪਲ ਵਿੱਚ ਐਕਚੁਅਲੀ ਮੈਂ ਬੇਟੇ ਕੋਲ ਜਾ ਰਹੀ ਸੀ ਅਮਰੀਕਾ, ਤਾਂ ਰਸਤੇ 'ਚ ਜੀ ਬੈਠਿਆਂ ਉਹ ਜਦੋਂ ਖੁੱਲਾ ਟਾਈਮ ਹੁੰਦਾ ਉਦਾਸੀ ਵੀ ਆ ਜਾਂਦੀ ਹੈ ਤੁਹਾਨੂੰ। ਤਾਂ ਬਿਲकुल बिल्कुल ਉਦੋਂ ਮੈਨੂੰ ਇਹ ਮਹਿਸੂਸ ਹੋਇਆ ਸੀ, ਇਹ ਕਵਿਤਾ ਜਿਹੜੀ ਹੈ, ਮਨ ਦੀਏ ਪਰ ਵਗਦੀਏ ਨਦੀਏ, हम्म ਮਨ ਦੀਏ ਪਰ ਵਗਦੀਏ ਨਦੀਏ, ਆਪਣੀ ਵੀ ਲੈ ਕੁਝ ਸਾਰ ਨੀ, बिल्कुल ਦੁੱਖ ਪੂਰਨ ਕਿਨਾਰੇ ਤੇਰੇ, ਸਾਂਭ ਛੱਲਾਂ ਦੇ ਵਾਰ ਨੀ, ਤੱਕ ਨੀ ਅਥਰੂਆਂ ਭਰੀਏ ਨਦੀਏ, ਆਪਣੇ ਅੰਦਰ ਆਪ, ਇੱਕ हम्म ਅਹਿਸਾਸ ਦੇ ਪਲ ਦੇ ਬਦਲੇ ਉਮਰਾਂ ਦਾ ਵਿਰਲਾਪ, ਜਿਸ ਪਲ ਦੀ ਮਿੱਟੀ ਹੀ ਮੋਈ, ਆਪਣੇ ਘਰ ਵਿਚਕਾਰ ਨੀ, ਮਨ वाह ਦੀ ਪਰ ਵਗਦੀਏ ਨਦੀਏ, ਆਪਣੀ ਵੀ ਲੈ ਕੁਝ ਸਾਰ ਨੀ, ਨਾ ਤਾਂ ਕਦੇ ਤੂੰ ਚੰਨ ਹੀ ਮੰਗਿਆ, ਨਾ ਤਾਂ ਕਦੇ ਤੂੰ ਚੰਨ ਹੀ ਮੰਗਿਆ, ਨਾ ਮੰਗਿਆ ਅਸਮਾਨ ਨੀ, ਫਿਰ ਵੀ ਟੁੱਟ ਟੁੱਟ ਕਿਰਦੇ ਤਾਰੇ, ਕਿਸ ਤੇ ਹੋ ਕੁਰਬਾਨ ਨੀ, जी ਕਿਹੜੇ ਦੋਸ਼ਾਂ ਬਦਲੇ ਤੇਰਾ, ਵੇਲਿਆਂ ਸੰਗ ਤਕਰਾਰ ਨੀ, ਮਨ वाह ਦੀਏ ਪਰ ਵਗਦੀਏ ਨਦੀ, ਨਿਤ ਪੁੱਛਦੇ ਨੇ ਸਾਨੂੰ ਸਖੀਏ, ਸਾਡੇ ਆਪਣੇ ਸਾਏ, जी ਨਿਤ ਪੁੱਛਦੇ ਨੇ ਸਾਨੂੰ ਸਖੀਏ, ਸਾਡੇ ਆਪਣੇ ਸਾਏ, ਕਿਸ ਸਰਾਪ ਦੇ ਪਰਬਤ ਉੱਤੇ ਲੇਖ ਲਿਖਾ ਤੁਰ ਆਏ, जी ਆਪਣੇ ਹੀ ਪਾਣੀ ਵਿੱਚ ਦਈਏ, ਗਮ ਦੀ ਕਿਸ਼ਤੀ ਤਾਰਨੀ, ਮਨ ਦੀਏ ਪਰ ਵਗਦੀਏ बहुत ਨਦੀਏ, खूब ਖਬਰੇ ਕਿਹੜੇ ਜੰਗਲ ਪਰਬਤ ਵਲੀ ਵਲੇਮੀ ਵਹਿੰਦੀ ਰਹਿੰਦੀ, जी ਖਬਰੇ ਕਿਹੜੇ ਜੰਗਲ ਪਰਬਤ ਵਲੀ ਵਲੇਮੀ ਵਹਿੰਦੀ ਰਹਿੰਦੀ, ਕਦੇ ਥਲਾਂ ਦੀ ਰੇਤ ਵਿਚਾਲੇ ਮੱਠੀ ਮੱਠੀ ਖਹਿੰਦੀ ਰਹਿੰਦੀ, ਲੈ ਕੇ ਪੱਥਰ ਗੀਟੇ ਸਾਰੇ, ਆਪਣੀ ਰੌ ਵਿਚਕਾਰ ਨੀ, ਮਨ ਦੀਏ ਪਰ ਵਗਦੀਏ ਨਦੀਏ, ਨਿੱਕੇ ਨਿੱਕੇ ਅਥਰੇਪਨ ਪਿੱਛੋਂ ਵਾਰ ਵਾਰ ਬੈਰਾਗੀ ਹੋਣਾ, जी ਨਿੱਕੇ ਨਿੱਕੇ ਅਥਰੇਪਨ ਪਿੱਛੋਂ ਵਾਰ ਵਾਰ ਬੈਰਾਗੀ ਹੋਣਾ, ਕਦੇ ਬਚਾਉਣੇ ਕੰਢੇ ਆਪਣੇ, ਕਦੇ ਉਹਨਾਂ ਤੋਂ ਬਾਗੀ ਹੋਣਾ, वाह ਕਦੇ ਬਚਾਉਣੇ ਕੰਢੇ ਆਪਣੇ, ਕਦੇ ਉਹਨਾਂ ਤੋਂ ਬਾਗੀ ਹੋਣਾ, ਦਸ ਆਖਰ ਸਾਗਰ ਵੀ ਕਿਹੜਾ, ਦਸ ਆਖਰ ਸਾਗਰ ਵੀ ਕਿਹੜਾ, ਤੈਨੂੰ ਸਕੇ ਸਹਾਰਨੀ, ਮਨ ਦੀਏ ਪਰ ਵਗਦੀਏ ਨਦੀਏ, ਆਪਣੀ ਵੀ ਲੈ ਕੁਝ ਸਾਰਨੀ, ਦੁੱਖ ਦੁੱਖ ਪੂਰਨ ਕਿਨਾਰੇ ਤੇਰੇ, ਸਾਂਭ ਛੱਲਾਂ ਦੇ ਵਾਰ ਨੇ। ਬਹੁਤ ਅੱਛੇ ਆਪਣੀ ਵੀ ਲੈ ਕਦੀ ਸਾਰਨੀ। ਸ਼ੁਕਰੀਆ। ਬਹੁਤ ਅੱਛੇ ਤੁਸੀਂ ਔਰਤ ਤੇ ਮਨ ਦੇ ਅਹਿਸਾਸਾਂ ਨੂੰ, ਉਹਦੀ ਵੇਦਨਾ ਨੂੰ ਬਹੁਤ ਹੀ ਸੁੰਦਰ, ਹਰ ਲਫ਼ਜ਼ ਇਸਦਾ, ਹਰ ਸ਼ਬਦ ਬਹੁਤ ਖੂਬਸੂਰਤ ਹੈ। ਬਹੁਤ ਸ਼ੁਕਰੀਆ। ਖੂਬਸੂਰਤ ਸ਼ਬਦਾਂ ਨੂੰ ਤੁਸੀਂ ਕਵਿਤਾ ਬਹੁਤ ਵਿੱਚ ਪਿਰੋਇਆ। ਤੁਹਾਡਾ ਇੱਕ ਸ਼ੇਅਰ ਵੀ, ਕੁਝ ਲਾਈਨਾਂ ਸੀ ਕਿ ਮੈਨੂੰ ਪੁੱਛਦੇ ਰਹਿੰਦੇ ਗੀਤ ਮੇਰੇ, ਤੂੰ ਕਿਸ ਨੂੰ ਮੁਖਾਤਿਬ ਹੋਣਾ ਹੈ, ਹੂੰ ਜਾਂ ਘੋਰ ਖਲਾ ਵਿੱਚ ਆਪਣੇ ਹੀ ਸ਼ਬਦਾਂ ਦੇ ਗੱਲ ਲੱਗ ਕੇ ਰੋਣਾ ਹੈ। ਹੂੰ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਇੱਕ ਔਰਤ ਹੋਣ ਦੇ ਨਾਤੇ, ਕਿ ਜਦੋਂ ਤੁਸੀਂ ਕਵਿਤਾਵਾਂ ਲਿਖਦੇ ਸੀ, ਸਾਹਿਤ ਸਭਾਵਾਂ 'ਚ ਜਾਂਦੇ ਸੀ, ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ? ਕਿਉਂਕਿ ਮੈਂ ਮੰਨਦੀ ਹਾਂ, ਹੈ ਤੁਸੀਂ ਵੀ ਮੰਨਦੇ ਹੋਗੇ, ਕਿ ਸਾਡਾ ਇੱਕ ਮਰਦ ਪ੍ਰਧਾਨ ਸਮਾਜ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਭਾਵੇਂ ਰਤਿੰਦਰ ਜੀ, ਸਾਨੂੰ ਬਹੁਤ ਸਾਰੇ ਹੱਕ ਮਿਲਦੇ ਨੇ, ਬਹੁਤ, ਹਰ ਖੇਤਰ ਦੇ ਵਿੱਚ ਔਰਤਾਂ ਬਹੁਤ ਅੱਗੇ ਜਾ ਚੁੱਕੀਆਂ ਨੇ, ਬਹੁਤ ਸੋਹਣਾ ਸਾਹਿਤ ਸਿਰਜ ਰਹੀਆਂ ਨੇ, ਸੋਹਣੇ ਪਰਿਵਾਰ ਬਣਾ ਰਹੀਆਂ ਨੇ, ਘਰ ਬਣਾ ਰਹੀਆਂ ਨੇ, ਹਰ ਖੇਤਰ 'ਚ ਤਰੱਕੀ ਕਰ ਰਹੀਆਂ, ਪਰ ਫਿਰ ਵੀ ਜਿਹੜੀ ਔਰਤ ਹੈ, ਕੁਝ ਅਣਗੌਲੀ ਗਈ ਹੈ।
ਤੇ ਕੀ ਤੁਸੀਂ ਸੋਚਦੇ ਕਿ ਸਾਹਿਤ ਦੇ ਵਿੱਚ ਵੀ ਔਰਤ ਨੂੰ ਅਣਗੌਲਿਆਂ ਕੀਤਾ ਗਿਆ ਹੈ ਇਸ ਤਰ੍ਹਾਂ ਹੀ? ਆਪਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਸਾਹਿਤ ਦੇ ਵਿੱਚ ਵੀ ਅੱਗੇ ਵਧਣ ਲਈ? ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਅਸਲ 'ਚ ਮੈਂ ਪਹਿਲਾਂ ਕੋਈ ਕੁੜੀ ਹੋਣਾ, ਔਰਤ ਹੋਣਾ, ਕਦੀ ਇਹਦੇ ਵਿੱਚ ਕੋਈ ਕਮੀ ਮਹਿਸੂਸ ਹੀ ਨਹੀਂ ਸੀ ਕੀਤੀ। ਜੀ। ਆਪਣੇ ਮੇਰੇ ਫਾਦਰ ਸਾਨੂੰ ਬਹੁਤ ਪਿਆਰ ਕਰਦੇ ਸੀ। ਪਿਆਰ ਇੰਝ ਕਿ ਸਾਨੂੰ ਲੜਕਿਆਂ, 2 ਬ੍ਰਦਰ 2 ਸਿਸਟਰਸ ਸੀ ਅਸੀਂ। ਲੜਕਿਆਂ ਨੂੰ ਤਾਂ ਉਹਨਾਂ ਦਾ ਜੀ। ਨਾਂ ਲੈ ਕੇ ਬੁਲਾਉਂਦੇ ਸੀ, ਸਾਨੂੰ ਪੁੱਤ ਕਹਿ ਕੇ, ਪੁੱਤ ਹਰਤਿੰਦਰ, ਹਮੇਸ਼ਾ ਪੁੱਤ ਹਾਂ। ਪਹਿਲਾਂ। ਤਾਂ ਕਦੀ ਜੀ। ਮਹਿਸੂਸ ਹੀ ਨਹੀਂ ਹੋਇਆ ਸੀਗਾ ਕਿ ਕੋਈ ਫਰਕ ਹੈ ਲੜਕੀਆਂ ਲੜਕਿਆਂ 'ਚ। ਨਾ ਆਫਟਰ ਮੈਰਿਜ ਮਹਿਸੂਸ ਹੋਇਆ। ਇਹ ਜਦੋਂ ਸਾਹਿਤਕ ਖੇਤਰ ਵਿੱਚ ਆਈ ਮੈਂ, ਜੀ। ਅਸਲ 'ਚ ਪਹਿਲਾਂ ਤਾਂ ਮੈਂ ਆਈ ਹੀ ਨਹੀਂ, ਪਹਿਲਾਂ ਤਾਂ ਮੈਂ ਲਿਖਦੀ ਰਹੀ। ਤਾਂ ਜੀ। ਇਨ ਦਾ ਮੀਨ ਟਾਈਮ ਜਿਹੜੇ 2-3 ਦਹਾਕੇ ਮੈਨੂੰ ਲੱਗਦਾ ਰਿਹਾ ਕਿ ਜਿਹੜੇ ਲੇਖਕ ਨੇ ਇਹ ਤਾਂ ਦੇਵਤਿਆਂ ਵਰਗੇ ਹੁੰਦੇ ਨੇ। ਬਹੁਤ ਬਿਲਕੁਲ ਜੀ। ਮੇਰੇ ਮਨ ਵਿੱਚ ਬਹੁਤ ਜ਼ਿਆਦਾ ਸਤਿਕਾਰ ਸੀ ਕਿ ਇਹ ਤਾਂ ਬਹੁਤ ਇੱਕਦਮ ਸ਼ੁੱਧ ਹੁੰਦੇ ਨੇ ਹਰ ਤਰ੍ਹਾਂ ਨਾਲ। ਜੀ। ਪਰ ਜਦੋਂ ਹੀ ਇਹ ਸਿਲਸਿਲਾ ਬਣਿਆ, ਮੈਨੂੰ ਪਤਾ ਵੀ ਨਹੀਂ ਸੀ ਕਿ ਮੈਂ ਦੁਬਾਰਾ ਕਦੀ ਕਵਿਤਾ ਨਾਲ ਜੁੜੂੰਗੀ। ਇੰਨੇ ਸਾਲ ਮੈਂ ਕਿਸੇ ਨੂੰ ਖਾਸ ਕਿਹਾ ਵੀ ਨਹੀਂ ਕਿ ਮੈਂ ਕਵਿਤਾ ਲਿਖਦੀ। ਉਹ ਜੀ। ਜਦੋਂ ਮੈਂ ਦੁਬਾਰਾ ਇਸ ਦਾਇਰੇ ਵਿੱਚ ਜਾਣਾ ਸ਼ੁਰੂ ਕੀਤਾ ਤਾਂ ਮੈਨੂੰ ਮਹਿਸੂਸ ਹੋਇਆ ਹੌਲੀ-ਹੌਲੀ, ਪਹਿਲਾਂ ਤਾਂ ਸ਼ਰਧਾ ਹੀ ਰਹੀ, ਪਰ ਜਦੋਂ ਕਈ ਕੁਝ ਵੇਖਿਆ ਤਾਂ ਫਿਰ ਲੱਗਿਆ ਕਿ ਇਹ ਜਿਹੜਾ ਸਾਰਾ ਨੈਟਵਰਕ ਹੈ, ਇਹ ਸਾਰਾ ਜੈਂਟਸ ਦਾ ਹੈ। ਜੀ। ਜੈਂਟਸ ਦਾ ਦੁਆਰਾ ਬੁਣਿਆ ਹੋਇਆ, ਉਹਨਾਂ ਵਾਸਤੇ ਬੁਣਿਆ ਹੋਇਆ ਤੇ ਉਹਨਾਂ ਦੀ ਸੁਵਿਧਾ ਮੁਤਾਬਕ ਬੁਣਿਆ ਹੋਇਆ। ਬਿਲਕੁਲ ਔਰਤਾਂ ਨੂੰ ਬਿਲਕੁਲ। ਉਹ ਜਿੱਥੇ ਉਹ ਚਾਹੁਣ, ਜਿਸ ਪੁਆਇੰਟ ਤੇ ਉਹ ਉੱਥੇ ਹੀ ਰੱਖਣਾ ਚਾਹੁੰਦੇ ਨੇ। ਜੀ। ਤਾਂ ਇਸ ਕਵਿਤਾ ਵਿੱਚ ਪਿਛਲੇ ਮੌਸਮ ਵਿੱਚ ਹੀ ਉਸ ਸੰਬੰਧ ਵਿੱਚ ਇੱਕ ਕਵਿਤਾ ਸੀਗੀ, ਇਹੀ ਸੀ ਜਿਹੜੀ ਮੈਂ ਠਹਿਰ ਕੇ ਸਾਂਝੀ ਕਰਦੀ ਹਾਂ। ਤਾਂ ਜੀ। ਉਦੋਂ ਮੈਨੂੰ ਮਹਿਸੂਸ ਹੋਇਆ ਕਿ ਇਹ ਜਿਹੜਾ ਪੜ੍ਹੇ ਲਿਖੇ ਲੋਕਾਂ ਦਾ ਦਾਇਰਾ ਹੈ, ਜਿਨ੍ਹਾਂ ਨੂੰ ਅਸੀਂ ਬਹੁਤ ਸੰਵੇਦਨਸ਼ੀਲ ਸਮਝਦੇ ਹਾਂ, ਸੁਹਿਰਦ ਸਮਝਦੇ ਹਾਂ, ਜੀ। ਅਸਲ ਵਿੱਚ ਮੈਨੂੰ ਲੱਗਿਆ ਕਿ ਇਹ ਤਾਂ ਦੂਸਰੇ ਇਨਸਾਨਾਂ ਨਾਲੋਂ ਵੀ ਇੱਥੇ ਤੇ ਜ਼ਿਆਦਾ ਉਲਝਣਾਂ ਨੇ, ਜੀ। ਜ਼ਿਆਦਾ ਜੀ। ਫਿਕਰਾਂ ਨੇ, ਜ਼ਿਆਦਾ ਬੇਚੈਨੀਆਂ ਨੇ। ਸ਼ਾਇਦ ਉਹ ਆਪਣੀਆਂ ਬੇਚੈਨੀਆਂ ਨਾਲ ਉਲਝਦੇ ਇਸ ਤਰੀਕੇ ਨਾਲ, ਮਤਲਬ ਮੇਰੇ ਨਾਲ ਕੁਝ ਮਾੜਾ ਨਹੀਂ ਹੋਇਆ। ਜੀ। ਪਰ ਮੈਨੂੰ ਇਹ ਜ਼ਰੂਰ ਮਹਿਸੂਸ ਹੋਇਆ ਕਿ ਸਾਨੂੰ ਲੋਕਾਂ ਨੂੰ ਆਪਣੇ ਹਿਸਾਬ ਨਾਲ ਹੀ ਰੱਖਿਆ ਜਾਂਦਾ ਹੈ ਤੇ ਇਹ ਕੁਝ ਖਾਸ ਵਰਤਾਰੇ ਨੇ ਜਿਹਦੇ ਜੀ। ਮੁਤਾਬਕ ਤੁਸੀਂ ਕੁਝ ਬਿਲਕੁਲ ਠੀਕ। ਕਰਦੇ ਹੋ ਜਾਂ ਨਹੀਂ ਕਰਦੇ, ਬਿਲਕੁਲ ਕੋਈ ਠੀਕ। ਵੀ whatever, ਉਹ ਮੈਨੂੰ ਲੱਗਿਆ ਇਹਦੇ ਵਿੱਚ। ਤਾਂ ਉਹਦੇ ਮੁਤਾਬਕ ਹੀ ਮੇਰੀ ਇੱਕ ਕਵਿਤਾ ਸੀਗੀ ਜਿਹੜੀ ਲਿਖੀ ਗਈ, ਥੋਰ ਨੂੰ ਜੀ। ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਨਾ ਪੱਖੀ ਕਿਰਦਾਰ ਦੇ ਤੌਰ ਤੇ ਲਿਆ ਏ ਤੇ ਇਹਨੂੰ ਸਮਝਿਆ ਵੀ ਇੰਝ ਹੀ ਜਾਂਦਾ, ਕਵਿਤਾ ਖਾਣੇ ਥੋਰ ਨੂੰ ਨਾ ਪੱਖੀ ਲਿਖਿਆ ਜਾਂਦਾ। ਜੀ। ਪਰ ਮੇਰੇ ਲਈ ਥੋਰ ਜਿਹੜਾ ਉਹ ਪੋਜ਼ਿਟਿਵ ਵਰਡ ਹੈ। ਉਹ ਥੋਰ ਜੀ। ਦੀ ਕਵਿਤਾ ਹੈ ਕਿ ਬਿਰਖਾਂ ਦੇ ਸਿਰਲੇਖ ਵੀ ਥੋਰ ਹੀ ਹੈ ਕਵਿਤਾ ਦਾ। ਜੀ। ਬਿਰਖਾਂ ਦੇ ਮਰਦਾਵੇਂ ਜੰਗਲ ਵਿੱਚ, ਜੀ। ਬਿਰਖਾਂ ਦੀਆਂ ਫੈਲਦੀਆਂ ਸ਼ਾਖਾਂ ਕਿਤੇ ਨਾ ਕਿਤੇ ਆਪਸ ਵਿੱਚ ਮਿਲਦੀਆਂ, ਤਾਣਿਆਂ ਬਾਣਿਆਂ ਵਿੱਚ ਵੱਜਦੀਆਂ, ਵਿੱਚ ਵਿਚਾਲਿਓਂ ਛਣ ਕੇ ਆਈ ਕਿਣੀ ਮਿੱਥੀ ਧੁੱਪ ਵਿੱਚ, ਬਿਰਖਾਂ ਦੀ ਮਰਜ਼ੀ ਤੇ ਇਜਾਜ਼ਤ ਨਾਲ ਕੁਝ ਬੂਟੇ ਬੂਟੀਆਂ ਪੁੰਗਰਦੇ, ਜੰਗਲ ਦੀ ਰੌਣਕ ਵੱਧਦੀ ਰਹੀ। ਬਰੋਸਾਈ ਧੁੱਪ ਤੇ ਛਾਂ ਤੋਂ ਪ੍ਰੇਰੇ ਇਸੇ ਜੰਗਲ ਵਿੱਚ ਪੁੰਗਰ ਪੈਂਦੀਆਂ ਕੁਝ ਥੋਰਾਂ। ਇਹ ਥੋਰਾਂ ਰੇਤਲੀ, ਪਥਰੀਲੀ, ਖੁਸ਼ਕ ਧਰਤੀ, ਕਿਤੇ ਵੀ ਮਿੱਟੀ ਨਾਲ ਰਿਸ਼ਤਾ ਜੋੜ ਉੱਗ ਪੈਂਦੀਆਂ, ਆਪਣੇ ਹੀ ਖਤਰੇ ਸਹੇਜ ਕੇ ਸਿਰਜਦੀਆਂ ਵਜੂਦ, ਪੱਤੀਆਂ ਨੂੰ ਸਿਖਾ ਲੈਂਦੀਆਂ ਸਿਮਟ ਜਾਣਾ ਪੂਰੀ ਨਿਭਾ ਵਿੱਚ। ਕੰਡਿਆਂ ਤੇਰੇ ਪੱਤੇ ਪਰਿਵਰਤਿਤ ਹੋਏ ਥੋਰਾਂ ਦੇ, ਪੱਤੀਆਂ ਨੂੰ ਸਿਖਾ ਲੈਂਦੀਆਂ ਸਿਮਟ ਜਾਣਾ ਥੋੜੀ ਨਿਭਾ ਵਿੱਚ, ਮੌਸਮਾਂ ਤੇ ਟੇਕ ਰੱਖਦੀਆਂ ਨਾ ਬਹਾਰ ਦੀ ਉਡੀਕ ਕਰਦੀਆਂ। ਜੀ। ਆਪਣੇ ਸਾਵੇਪਨ ਵਿੱਚ, ਆਪਣੀ ਰੁੱਤ, ਆਪਣੇ ਬੂਤੇ ਫੁੱਲ ਖਿੜਾਉਂਦੀਆਂ, ਮਨ ਨਾਲ ਜੀਂਦੀਆਂ। ਬਿਲਕੁਲ। ਤੇ ਇਹ ਸਹਿਜ ਧਰਮ ਸਵੈ ਨਾਲ ਨਿਭਾਉਂਦਿਆਂ ਧਰਮ ਪਰਿਵਰਤਨ ਹੋ ਗਿਆ ਮੇਰਾ ਵੀ ਇੱਕ ਥੋਰ ਵਿੱਚ। ਵਾਹ, ਬਹੁਤ ਖੂਬ ਅਰਤਿੰਦਰ ਜੀ। ਮੈਂ ਤੇ ਤੁਹਾਡੀਆਂ ਰਚਨਾਵਾਂ ਪੜ੍ਹ ਕੇ ਅੱਗੇ ਬਹੁਤ ਮਾਣ ਮਹਿਸੂਸ ਕਰਦੀ ਸੀ, ਪਰ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਮਾਣ ਤੇ ਫਖਰ ਮਹਿਸੂਸ ਕਰ ਰਹੀ ਹਾਂ। ਤੁਸੀਂ ਔਰਤ ਵਰਗ ਦਾ ਮਾਣ ਹੋ। ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਨੇ ਤੇ ਲਿਖਿਆ ਸੀ ਕਿ
ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਵਿੱਚ ਉਜਾੜਾ, ਨਾ ਕਿਸੇ ਮਾਲੀ ਸਿੰਜਿਆ ਮੈਨੂੰ, ਪਰ ਤੁਸੀਂ ਇੱਕ ਥੋਰ ਦਾ ਨਵਾਂ ਰੂਪ ਪੇਸ਼ ਕੀਤਾ। ਬਹੁਤ ਵਧੀਆ ਲੱਗਾ, ਬਹੁਤ ਵਧੀਆ ਲੱਗਾ, ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਹੈ। ਤੁਸੀਂ ਇੱਕ ਅਲੱਗ ਪੁਆਇੰਟ ਦੇ ਨਾਲ ਇੱਕ ਔਰਤ ਨੂੰ ਬਿਆਨਿਆ, ਬਹੁਤ ਖੂਬ, ਬਹੁਤ ਖੂਬ ਜੀ। ਜੀ ਅਸਲ ਵਿੱਚ ਔਰਤ ਲਈ ਕਾਮਯਾਬ ਹੋਣ ਵਾਸਤੇ ਇਸ ਤਰੀਕੇ ਥੋਰ ਹੋਣਾ ਜ਼ਰੂਰੀ ਆਪਣੇ ਬੂਤੇ। ਮੈਂ ਬਿਲਕੁਲ। ਸਮਝਦੀ ਹਾਂ, ਮੇਰੀ ਉਹ ਜਿਹੜੀ ਕਵਿਤਾ ਤੁਸੀਂ ਸ਼ੁਰੂ ਵਿੱਚ ਸਾਂਝੀ ਕੀਤੀ ਸੀ, ਜੀ ਉਹਦੀਆਂ ਵੀ ਕੁਝ ਸਤਰਾਂ ਇਸ ਤਰ੍ਹਾਂ ਨੇ ਜੀ, ਮੈਂ ਉਹ ਥੋੜੀ ਸਾਂਝੀ ਕੀਤੀ ਸੀ, ਪਰ ਮੈਨੂੰ ਪੂਰੀ ਬਹੁਤ ਬਹੁਤ ਕਵਿਤਾ ਅੱਛੀ, ਤੁਸੀਂ ਪੂਰੀ ਕਵਿਤਾ ਸਾਂਝੀ ਕਰਦੀ ਹਾਂ ਉਹਨੂੰ, ਪੂਰੀ ਕਵਿਤਾ ਨੂੰ। ਹਾਂ ਬਿਲਕੁਲ ਜ਼ਰੂਰ, ਬਹੁਤ ਅੱਛੀ ਸੀ, ਪਰ ਮੈਂ ਫਿਰ ਇੰਨੀ ਲੰਬੀ ਨਹੀਂ ਸਾਂਝੀ ਕੀਤੀ, ਜੀ, ਮੈਨੂੰ ਜੀ। ਬਹੁਤ ਵਧੀਆ ਲੱਗੀ ਸੀ। Thank you. ਹਾਂਜੀ ਰਤਿੰਦਰ ਜੀ, ਅਸੀਂ ਹੁਣ ਆਪ ਦਾ ਇੱਕ ਹੋਰ ਬਹੁਤ ਵੱਡਾ ਉਪਰਾਲਾ, ਬਹੁਤ ਵੱਡਾ ਉਦਮ ਹੈ, ਸਾਹਿਤਿਕ ਜੀ। ਮੰਚ ਜੋ ਆਪਨੇ ਏਕਮ ਵੀ ਬਣਾਇਆ ਹੋਇਆ, ਔਰ ਜੀ। ਇੱਕ ਸਾਹਿਤ ਮੈਗਜ਼ੀਨ ਜੋ ਏਕਮ ਆਪ ਕੱਢ ਰਹੇ ਹੋ 2015 ਸਾਲ ਤੋਂ, त्रैमासिक ਪੱਤਰਿਕਾ ਹੈ, ਤੇ ਜੇ ਮੈਂ ਗਲਤ ਨਾ ਹੋਵਾਂ ਤੇ 39 ਅੰਕ ਅੱਜ ਤੱਕ ਤੁਸੀਂ ਨਹੀਂ 40 ਅੰਕ 40 ਅੰਕ, ਹਾਂਜੀ, ਇੱਕ ਹੋ ਨਵਾਂ ਮੈਗਜ਼ੀਨ ਹੈ ਜੀ, ਮੈਗਜ਼ੀਨ 10 ਸਾਲ ਹੋ ਗਏ ਨੇ ਇਹਨੂੰ ਕਰਦੇ ਹਾਂ। ਇੱਕ ਬਹੁਤ ਵੱਡਾ ਉਦਮ, ਬਹੁਤ ਵੱਡਾ, ਔਰ ਵੈਸੇ ਵੱਡੇ ਵਿਅਕਤੀਆਂ ਲਈ ਵੀ ਇੱਕ ਮੈਗਜ਼ੀਨ ਨੂੰ ਕੱਢਣਾ, ਉਹਦੇ ਲਈ ਮਿਆਰੀ ਕਵਿਤਾਵਾਂ, ਰਚਨਾਵਾਂ ਇਕੱਠੀਆਂ ਕਰਨੀਆਂ ਬਹੁਤ ਬਹੁਤ ਵੱਡਾ ਕਾਰਜ ਹੈ, ਬੜਾ ਮੁਸ਼ਕਿਲ ਕਾਰਜ ਹੈ, ਪਰ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਇੰਨਾ ਵੱਡਾ ਕਾਰਜ ਆਰੰਭਿਆ ਤੇ ਸਫਲਤਾ ਪੂਰਕ ਨੇਪਰੇ ਚਾੜ ਰਹੇ ਹੋ, ਬਹੁਤ ਵਧਾਈ ਦੇ ਪਾਤਰ ਹੋ। ਸਾਡੇ ਸਰੋਤੇ ਵੀ ਸਾਡੇ ਨਾਲ ਬਹੁਤ ਜੁੜੇ ਨੇ, ਅਜ਼ੀਜ਼ ਦੋਸਤ, ਉਹ ਵੀ ਆਪ ਜੀ ਨੂੰ ਇਸ ਲਈ ਬਹੁਤ ਮੁਬਾਰਕਬਾਦ ਦੇ ਰਹੇ ਨੇ ਕਮੈਂਟਸ ਭੇਜ ਕੇ ਕਿ ਇੱਕ ਬਹੁਤ ਵੱਡਾ ਕਾਰਜ ਜਿਹੜਾ ਰਤਿੰਦਰ ਸੰਧੂ ਜੀ ਇਸ ਸਮੇਂ ਕਰ ਰਹੇ ਨੇ, ਔਰ ਇਸ ਨੂੰ ਪੰਜਾਬ ਆਰਟ ਬਹੁਤ ਵੱਡਾ ਸਨਮਾਨ ਇੱਕ ਮਿਲਿਆ ਸੀ ਤੁਹਾਡੀ ਏਕਮ ਮੈਗਜ਼ੀਨ ਨੂੰ, ਉਸ ਦੇ ਬਾਰੇ ਚ ਸਾਨੂੰ ਦੱਸੋ ਜ਼ਰੂਰ। ਨਹੀਂ, ਅਸਲ ਜਿਹੜੀ ਮਿਨਿਸਟਰੀ ਆਫ ਕਲਚਰ ਵੱਲੋਂ ਮਿਲਿਆ ਸੀ। ਜਿਹੜਾ ਏਕਮ ਹੈ ਨਾ, ਅਸਲ 'ਚ ਕੋਈ ਬੜਾ ਆਸਾਨ ਰਸਤਾ ਨਹੀਂ ਹੈ ਮੈਗਜ਼ੀਨ ਦਾ। ਬਿਲਕੁਲ ਬਿਲਕੁਲ ਆਸਾਨ ਰਸਤਾ ਨਹੀਂ, ਮੈਂ ਪਹਿਲੇ ਹੀ ਤੁਹਾਨੂੰ ਦੱਸਿਆ, ਬਹੁਤ ਦਲੀਪ ਔਖਾ। ਟਿਵਾਣਾ ਹੋਰਾਂ ਨੇ ਚਿੱਠੀ ਮੈਨੂੰ ਲਿਖੀ ਸੀ, ਮੇਰੇ ਕੋਲ ਪਈ ਹੋਈ ਹੈ, ਜੀ ਕਿ ਅੰਮ੍ਰਿਤਾ ਪ੍ਰੀਤਮ ਤੋਂ ਬਾਅਦ ਤੂੰ ਹੀ ਇਸ ਪਾਸੇ ਤੁਰੀ ਹੈ। ਤਾਂ ਉਹ ਗੱਲ ਹੈ ਕਿ ਅਸਲ 'ਚ ਅੰਮ੍ਰਿਤਾ ਹੋਰਾਂ ਨੂੰ ਤਾਂ ਉਹ ਇੱਕ ਇਸ਼ਾਰਾ ਕਰਦੇ ਤਾਂ 100 ਲੋਕ ਉਹਨਾਂ ਦੇ ਨਾਲ ਤੁਰਨ ਨੂੰ ਤਿਆਰ ਸੀ, ਜੋ ਕਿ ਜੀ ਪਰ ਮੈਂ ਮੈਗਜ਼ੀਨ ਸ਼ੁਰੂ ਕੀਤਾ, ਇਹਦੇ ਵਿੱਚ ਕੋਈ ਕੁਝ ਇਨਹੈਰਿਟ ਨਹੀਂ ਸੀ ਕੀਤਾ, ਕੋਈ ਪਾਠਕ ਵਰਗ ਨਹੀਂ ਸੀ, ਇਹਦਾ ਸਾਰਾ ਪਾਠਕ ਵਰਗ ਜਿਹੜਾ ਹੈ ਉਹ ਹੌਲੀ ਹੌਲੀ ਮੈਗਜ਼ੀਨ ਦੇ ਸਿਰ ਤੇ ਹੀ ਬਣਿਆ। ਫਿਰ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਜੈਂਟਸ ਲੋਕ ਤਾਂ, ਮੈਂ ਹੌਲੀ ਹੌਲੀ ਮਹਿਸੂਸ ਕੀਤਾ, ਪਹਿਲਾਂ ਮੈਂ ਸੋਚਦੀ ਸੀ ਕਿ ਮੈਗਜ਼ੀਨ ਜਦੋਂ ਕੋਈ ਨਿਕਲਦੇ ਸੀ, ਮੈਂ ਉਹਨਾਂ ਨੂੰ ਜਿੰਨਾ ਕੁ ਭਰਪੂਰ ਮੇਰੇ ਕੋਲੋਂ ਸਰਦਾ ਬਣਦਾ ਹੁੰਦਾ ਮੈਂ ਜੀ ਸੀ, ਪਰ ਜਦੋਂ ਮੈਂ ਸਮਝਦੀ ਸੀ ਕਿ ਇਹ ਇੱਕ ਵਰਤਾਰਾ ਹੈ ਲੇਖਕਾਂ ਦੇ ਵਿਚਕਾਰ, ਪਰ ਜਦੋਂ ਮੈਂ ਆਪ ਮੈਗਜ਼ੀਨ ਸ਼ੁਰੂ ਕੀਤਾ ਤਾਂ ਉਸ ਵੇਲੇ ਮੈਨੂੰ ਮਹਿਸੂਸ ਹੋਇਆ ਕਿ ਇਹ ਕੁਝ ਵਰਤਾਰਾ ਨਹੀਂ, ਜੈਂਟਸ ਲੋਕ ਇੱਕ ਦੂਸਰੇ ਨਾਲ ਬੈਠਦੇ, ਖਾਂਦੇ ਪੀਂਦੇ, ਇੱਕ ਦੂਜੇ ਦੀ ਮਦਦ ਕਰਦੇ ਤੇ ਮਦਦ ਲੈ ਵੀ ਲੈਂਦੇ ਆ। ਪਰ ਮੇਰੇ ਕੋਲ ਤਾਂ ਕੁਝ ਇਹੋ ਜਿਹੇ ਸੋਰਸਿਸ ਹੋ ਹੀ ਨਹੀਂ ਸੀ ਸਕਦੇ। ਮੇਰੇ ਲਈ ਅਸਲ 'ਚ ਕਿਸੇ ਕੋਲੋਂ ਕੁਝ ਵੀ ਮੰਗਣਾ ਆਪਣੇ ਲਈ ਬੇਹੱਦ ਮੁਸ਼ਕਲ ਹੈ। ਫਿਰ ਮੈਂ ਆਪਣੀ ਪੈਨਸ਼ਨ ਤੋਂ ਇੱਕ ਹਿੱਸਾ ਰੱਖਣਾ ਸ਼ੁਰੂ ਕੀਤਾ, ਉਹਦੇ ਵਿੱਚ ਉਹ ਮੈਗਜ਼ੀਨ ਰੈਗੂਲਰਲੀ ਨਿਕਲ ਰਿਹਾ ਹੈ, ਤੇ ਉਹਦੇ ਬਾਅਦ ਮੈਨੂੰ ਕੋਈ ਫਿਕਰ ਨਹੀਂ ਰਿਹਾ, ਮੇਰੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਗਈਆਂ। ਜਦੋਂ ਦੇਖੋ ਬਹੁਤ ਸਾਰੀਆਂ ਪਰੇਸ਼ਾਨੀਆਂ ਪਈਆਂ, ਪਰ ਤੁਸੀਂ ਇੱਕ ਬਹਾਦੁਰ ਔਰਤ ਵਾਂਗ ਉਹਨਾਂ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ, ਉਹਨਾਂ ਚੋਂ ਨਿਕਲੇ, ਬਹੁਤ ਵਧੀਆ ਜੀ। ਜੀ ਹਾਂਜੀ, ਆਪਣੀ ਮੈਗਜ਼ੀਨ ਬਾਰੇ ਹੋਰ ਦੱਸੋ ਸਾਨੂੰ। ਹਾਂ, ਮੈਗਜ਼ੀਨ ਫਿਰ ਮੈਂ ਅਸਲ 'ਚ ਜੋ ਕੁਝ ਸਿੱਖਿਆ ਮੈਂ ਇਹਦੇ ਵਿੱਚੋਂ ਹੀ ਸਿੱਖਿਆ ਹੈ ਜੀ। ਤਾਂ ਇਹ ਜਿਹੜਾ ਹੁਣ ਪਹਿਲਾਂ ਮੈਂ ਪ੍ਰੈਜ਼ੈਂਟ ਅੰਕ ਜਿਹੜਾ ਵਰਤਮਾਨ ਇਹਦੇ ਬਾਰੇ ਦੱਸ ਦਿੰਦੀ ਹਾਂ ਕਿ ਇਹ ਮੈਂ ਨਾਰੀ ਕਾਵ ਅੰਕ ਜਿਹੜਾ 21ਵੀਂ ਸਦੀ ਨੂੰ ਸਮਰਪਿਤ ਹੈ। ਇਹ 2 ਦਹਾਕਿਆਂ ਦੇ ਨਾਰੀ ਕਾਵ ਦੇ ਆਧਾਰ ਤੇ ਮਤਲਬ ਸੰਪਾਦਿਤ ਕੀਤਾ, ਕਿਉਂਕਿ ਕਵਿਤਾ ਰੈਗੂਲਰਲੀ ਮੈਂ ਮਹਿਸੂਸ ਕੀਤਾ ਕਿ ਚੇਂਜ ਹੋ ਰਹੀ ਹੈ, ਬਹੁਤ ਤਬਦੀਲੀ ਆ ਰਹੀ ਹੈ ਬਿਲਕੁਲ ਅੰਮ੍ਰਿਤਾ ਤੋਂ ਲੈ ਕੇ। ਤਾਂ ਫਿਰ ਮੈਂ ਜਦੋਂ ਇਹ ਸ਼ੁਰੂ ਕੀਤਾ, ਤਾਂ ਵੈਸੇ 4 ਸਾਲ ਪਹਿਲਾਂ ਵੀ ਇੱਕ ਮੈਂ ਨਾਰੀ ਕਾਵ ਅੰਕ ਸੰਪਾਦਿਤ ਕੀਤਾ ਸੀ, ਉਹਦੇ ਵਿੱਚ ਵੀ 100 ਦੇ ਕਰੀਬ ਕਵਿਤਰੀਆਂ ਦੀ ਕਵਿਤਾ ਸਾਂਝੀ ਕੀਤੀ ਸੀ। ਤਾਂ ਨਾਲ ਫਿਰ ਮੈਂ ਹੁਣ ਵੀ ਮੈਂ ਉਸ ਤਰ੍ਹਾਂ ਕੀਤਾ, ਪਰ ਉਦੋਂ ਵੀ ਕੀਤਾ ਸੀ ਕਿ ਮੈਂ ਜਿਹੜੀਆਂ ਪੁਰਾਣੀਆਂ ਪੰਜਾਬੀ ਕਵਿਤਰੀਆਂ ਸੀ, ਮੈਂ ਉਹਨਾਂ ਦਾ ਕਲਾਮ, ਉਹਨਾਂ ਬਾਰੇ ਜਿੰਨੀ ਕੁ ਜਾਣਕਾਰੀ ਮੈਨੂੰ ਮਿਲੀ ਉਹਦੇ ਵਿੱਚੋਂ ਮੈਂ ਨਾਲ ਉਹ ਸਾਂਝੀ ਕੀਤੀ ਸੀ।
ਕਿ ਵਾਹ ਇੱਥੋਂ ਸਾਡਾ ਸਫ਼ਰ ਸ਼ੁਰੂ ਹੋ ਰਿਹਾ। ਪਰ ਇਸ ਵੇਲੇ ਮੈਂ ਉਸ ਤੋਂ ਵੀ ਪਿੱਛੇ ਜਾ ਕੇ ਜੋ ਜੋ ਮੈਟਰ ਮਿਲਦਾ ਮੈਂ ਸੰਭਾਲਦੀ ਰਹੀ ਕਿ ਰਿਗਵੇਦ ਦੇ ਵੇਲੇ ਤੋਂ ਜੀ 4 ਸ਼ਿਕਾਵਾਂ ਦੀ ਕਵਿਤਾ, ਮਤਲਬ ਇੱਕ ਵਾਰ ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਮੈਨੂੰ ਇੱਕ ਆਰਟੀਕਲ ਭੇਜਿਆ ਸੀ ਮੈਗਜ਼ੀਨ ਪੜ੍ਹ ਕੇ, ਨਾਰੀ ਕਾਵ ਅੰਕ ਦਾ ਹੀ, ਜੀ ਤਾਂ ਉਹਦੇ ਵਿੱਚੋਂ ਕੁਝ ਹਵਾਲੇ ਲੈ ਕੇ ਤੇ ਉਹਨਾਂ ਨੇ ਫਿਰ ਰਿਸ਼ਿਕਾਵਾਂ ਦੇ ਵੀ ਹਵਾਲੇ ਦਿੱਤੇ ਸੀ ਕਿ 4 ਰਿਸ਼ਿਕਾਵਾਂ। ਤਾਂ ਵਾਹ ਜੀ ਮੈਂ ਉੱਥੋਂ ਸ਼ੁਰੂ ਕਰ ਲਿਆ ਕਿ ਉਹਨਾਂ ਦਾ ਵਿਚਾਰ ਸੀ ਤੇ ਜਿਹੜਾ ਕਿ ਮੈਂ ਵੀ ਸਹਿਮਤ ਹਾਂ ਉਹਦੇ ਨਾਲ, ਕਿ ਜਿਹੜਾ ਰਿਗਵੇਦ ਪੰਜਾਬ ਵਿੱਚ ਰਚਿਆ ਗਿਆ ਤੇ ਹਮ ਜਿਹੜਾ ਉਸ ਵੇਲੇ ਦਾ ਜਿਹੜਾ ਏਰੀਆ ਸੀ, ਇਹ ਖਿੱਤਾ ਸੀ, ਇਹ ਉਸ ਵੇਲੇ ਦਾ ਪੰਜਾਬ ਸੀ। ਤਾਂ ਉਸ ਵੇਲੇ ਦੇ ਪੰਜਾਬ ਦੀ ਜਿਹੜੀ ਭਾਸ਼ਾ ਸੰਸਕ੍ਰਿਤ ਸੀ ਉਹ ਪੰਜਾਬੀ ਸੀ, ਉਹ ਜੀ ਉਸ ਵਕਤ ਦੀ ਪੰਜਾਬੀ ਸੀ ਜੋ ਲੋਕ ਬੋਲਦੇ ਸਨ। ਜੀ ਇਸ ਕਰਕੇ ਉਹਨਾਂ ਰਿਸ਼ਿਕਾਵਾਂ ਦੀ ਕਵਿਤਾ ਉਹ ਸਾਡੀਆਂ ਵੱਡੀਆਂ ਵਡੇਰੀਆਂ ਨੇ। ਤੇ ਹਮ ਮੈਨੂੰ ਜਾਪਿਆ ਕਿ ਮੈਂ ਜਦੋਂ ਨਾਰੀ ਕਾਵ ਬਾਰੇ ਗੱਲ ਕਰ ਰਹੀ ਹਾਂ, ਕੁਝ ਵੀ ਕਰ ਰਹੀ ਹਾਂ, ਤਾਂ ਉਹ ਸਾਡੀਆਂ ਵੱਡੀਆਂ ਵਡੇਰੀਆਂ ਨੇ, ਇੱਕ ਮੰਗਲਾਚਰਨ ਹੈ, ਅਸੀਂ ਉਹਨਾਂ ਜੀ ਨੂੰ ਪਿਆਰ ਨਾਲ ਸਨਮਾਨ ਨਾਲ ਯਾਦ ਕਰੀਏ। ਤਾਂ ਬਿਲਕੁਲ ਉੱਥੋਂ ਬਿਲਕੁਲ ਸ਼ੁਰੂ ਕਰਕੇ ਫਿਰ ਇੱਥੋਂ ਜਿੱਥੋਂ ਸਾਡੇ ਤੋਂ ਮਿਲਦਾ ਹੈ ਕਿ ਪੀਰੋ ਤੋਂ, ਤਾਂ ਉਸ ਤੋਂ ਪਹਿਲਾਂ ਸਹਿਜੋ ਬਾਈ, ਇੱਕ ਉਹ ਭਾਵੇਂ ਦਿੱਲੀ ਵਿੱਚ ਸੀ ਪਰ ਉਹਦੀ ਕਵਿਤਾ ਸਾਡੀਆਂ ਪੰਜਾਬੀ ਕਵਿਤਰੀਆਂ ਜਿਹੜੀਆਂ ਉਸ ਵੇਲੇ ਦੀਆਂ ਉਹਨਾਂ ਨਾਲ ਮਿਲਦੀ ਜੁਲਦੀ ਹੈ। ਤੋਂ ਉੱਥੋਂ ਲੈ ਕੇ ਵਿੱਚ ਵਿਚਾਲੇ ਜਿੰਨਾ ਮੈਨੂੰ ਮੈਟਰ ਮਿਲਿਆ ਹੁਣ ਤੱਕ ਇਕੱਠਾ ਕੀਤਾ, ਵਾਹ ਜੀ ਤੇ ਵਾਹ ਮੈਂ ਸੋਚਿਆ ਕਿ ਕੁਛ ਜਿਹੜੇ ਸਾਡੇ ਸਿਆਣੇ ਆਲੋਚਕ ਨੇ ਉਹਨਾਂ ਦੀ ਰਾਏ ਵੀ ਸ਼ਾਮਿਲ ਕੀਤੀ ਜਾਵੇ ਕਿ ਜੀ ਸਦੀ ਦੇ ਨਾਰੀ ਕਾਵ ਚ ਕੀ ਫਰਕ ਹੈ 20ਵੀਂ ਨਾਲੋਂ। ਉਹ ਮੈਂ 10 ਆਪਣੇ ਜਿਹੜੇ ਮਾਹਿਰ ਨੇ ਉਹਨਾਂ ਦੀ ਰਾਏ ਸ਼ਾਮਲ ਵੀ ਕੀਤੀ ਹੈ। ਬਹੁਤ ਵਧੀਆ ਤੇ ਬਹੁਤ ਵਧੀਆ ਜੀ ਲੱਗਿਆ ਤਾਂ ਉਹ 100 ਕਵਿਤਾਵਾਂ ਵੀ 95 ਕਵਿਤਰੀਆਂ ਦੀ ਕਵਿਤਾ ਇਹਦੇ ਵਿੱਚ ਵਾਹ ਜੀ ਵਾਹ ਵਾਹ ਜੀ ਵਾਹ ਤੇ ਬਹੁਤ ਤੁਸੀਂ ਇੱਕ ਵਡਮੁੱਲਾ ਕਾਰਜ ਕੀਤਾ, ਬਹੁਤ ਵਡਮੁੱਲਾ ਕਾਰਜ ਕੀਤਾ ਜੀ ਬਹੁਤ ਵੈਸੇ ਇਹ ਜਿਹੜਾ ਰੈਗੂਲਰ, ਇਹ ਤਾਂ ਵਿਸ਼ੇਸ਼ ਅੰਕ ਹੈ ਨਾ, ਜੀ ਰੈਗੂਲਰ ਅੰਕ ਜਿਹੜਾ ਮੇਰਾ ਹੈ ਉਹਦੇ ਵਿੱਚ ਵੀ ਮੈਂ ਇਸ ਤਰ੍ਹਾਂ ਦੇ ਕੁਝ ਰੱਖਿਆ ਹੋਇਆ ਹੈ ਕਿ ਜਿਹੜਾ ਟਾਈਟਲ ਦੇ ਅੰਦਰਲਾ ਪੇਜ, ਅਖੀਰਲਾ ਪੇਜ, ਉਹਦੇ ਵਿੱਚ ਉਹਦਾ ਨਾਮ, ਉਹਦੇ ਵਿੱਚ ਟਾਈਟਲ ਹੈ ਹਵਾ ਦੇ ਨਾਮ। ਉਹਦੇ ਜੀ ਵਿੱਚ ਦੁਨੀਆ ਭਰ ਦੀਆਂ ਔਰਤਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹਨਾਂ ਨਾਲ ਉਹਦੇ ਬਾਰੇ ਖਬਰ ਹੁੰਦੀ ਹੈ। ਜਿਵੇਂ ਸਵਿਟਜ਼ਰਲੈਂਡ ਦੀਆਂ ਔਰਤਾਂ ਜਿਹੜੇ ਵਿਕਸਿਤ ਦੇਸ਼ ਨੇ ਉਹ ਵੀ ਜੀ ਮਰਦਾਂ ਦੇ ਬਰਾਬਰ, ਉਹਨਾਂ ਨੂੰ ਤਨਖਾਹ ਨਹੀਂ ਮਿਲਦੀ, ਉਹ ਸੰਘਰਸ਼ ਕਰੀ ਇਸ ਤਰ੍ਹਾਂ ਦੇ। ਜਾਪਾਨ ਜਿਨ੍ਹਾਂ ਨੇ, ਉਹਨਾਂ ਦੇ ਬਾਰੇ ਮੈਂ ਬਹੁਤ ਮਤਲਬ ਵਧੀਆ ਕੁਝ ਨਾ ਕੁਝ ਬਹੁਤ ਵਧੀਆ ਜੀ ਬਹੁਤ ਵਧੀਆ। ਫਿਰ ਤੁਹਾਡਾ ਮੈਗਜ਼ੀਨ ਦਾ ਚੱਲਣਾ ਤੇ ਸੁਭਾਵਿਕ ਹੈ, ਦਰਸ਼ਕਾਂ ਦੇ ਮਨ ਪਸੰਦੀਦਾ ਹੈ, ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ, ਬਹੁਤ ਵਧਾਈ ਦੇ ਪਾਤਰ ਹੋ ਤੁਸੀਂ ਸੰਧੂ ਜੀ, ਇਸ ਲਈ ਬਹੁਤ ਵਧਾਈ। ਤੇ ਤੁਹਾਡੇ ਮੈਗਜ਼ੀਨ ਨੂੰ ਮਿਨਿਸਟਰੀ ਆਫ ਕਲਚਰ ਭਾਰਤ ਸਰਕਾਰ ਵੱਲੋਂ ਵੀ ਇੱਕ ਸਰਵਸ਼੍ਰੇਸ਼ਠ ਪੱਤਰਿਕਾ ਦਾ ਪੁਰਸਕਾਰ ਮਿਲ ਚੁੱਕਿਆ ਹੈ। ਇਹ ਤੁਹਾਨੂੰ ਕਦੋਂ ਮਿਲਿਆ ਸੀ ਪੱਤਰਿਕਾ? ਇਹ 2 ਸਾਲ ਪਹਿਲਾਂ ਦਾ ਸੀ ਮਿਲਿਆ ਹੋਇਆ, ਜੀ ਪਰ ਇਹ ਕੋਵਿਡ ਕਰਕੇ ਇਹ ਉਹਨਾਂ 2 ਸਾਲ ਤੱਕ ਇਹ ਰੁਕਿਆ ਰਿਹਾ। ਫਿਰ ਉਹਨਾਂ ਸੋਚਿਆ, ਉਂਝ ਆਮ ਤੌਰ ਤੇ ਉਹ ਸਮਾਗਮ ਕਰਕੇ ਉੱਥੇ ਬੁਲਾ ਕੇ ਦਿੰਦੇ ਨੇ, ਫਿਰ ਜਦੋਂ ਉਹ ਸੰਭਵ ਨਾ ਰਿਹਾ ਤਾਂ ਉਹਨਾਂ ਨੇ ਮੈਨੂੰ ਸਰਟੀਫਿਕੇਟ ਭੇਜ ਦਿੱਤਾ ਤੇ ਪੈਸੇ ਭੇਜ ਦਿੱਤੇ। ਬਹੁਤ ਅੱਛਾ, ਬਹੁਤ ਵਧੀਆ ਜੀ, ਬਹੁਤ ਵਧੀਆ ਬਹੁਤ ਵਧੀਆ। ਤੁਸੀਂ ਕਦੀ ਕਿਸੇ ਕੋ ਕੁਝ ਮੰਗਿਆ ਨਹੀਂ ਸੀ, ਪਰ ਉਹ ਪਰਮਾਤਮਾ ਖੁਦ ਦੇਣ ਵਾਲਾ ਤੁਹਾਡੀ ਮਿਹਨਤ ਨੂੰ ਜੀ। ਉਸ ਤੋਂ ਬਾਅਦ ਤੁਸੀਂ ਕਿਤਾਬਾਂ ਸੰਪਾਦਿਤ ਵੀ ਜਿਸ ਤਰ੍ਹਾਂ ਕਿ ਕਿਸਾਨੀ ਸੰਘਰਸ਼ ਲਈ ਤੁਸੀਂ ਇੱਕ ਕਵਿਤਾਵਾਂ ਦੀ ਕਿਤਾਬ ਵੀ ਸੰਪਾਦਿਤ ਕੀਤੀ, ਔਰ ਤੁਸੀਂ ਆਪਣੀ ਵੀ ਇੱਕ ਕਿਤਾਬ ਹੈ ਤੁਹਾਡੀ, ਉਹਦੇ ਬਾਰੇ ਚ ਕੁਝ ਦੱਸੋ ਸਾਨੂੰ। ਨਹੀਂ, ਜਿਹੜੇ ਅਨੁਵਾਦ ਦੀ ਕਿਤਾਬ ਹੈ, ਮਤਲਬ ਹਿੰਦੀ ਤੋਂ, ਤੁਹਾਡਾ ਮਤਲਬ ਹਿੰਦੀ ਤੋਂ ਅਨੁਵਾਦ? ਨਹੀਂ, ਜਿਹੜੀ ਆਪਣੀ ਪਹਿਲੇ ਕਿਸਾਨੀ ਸੰਘਰਸ਼ ਦੀ ਤੁਸੀਂ ਕਿਤਾਬ। ਅੱਛਾ, ਮੇਰੀ ਜਿਹੜੀ ਚੋਣਵੀਂ ਕਵਿਤਾ ਦੀ, ਚੋਣਵੀਂ ਕਵਿਤਾ, ਉਹ ਡਾਕਟਰ ਮੋਹਨ ਤਿਆਗੀ ਹੋਰਾਂ ਨੇ ਇਸ ਕਵਿਤਾ ਵਿੱਚੋਂ, ਮੇਰੀਆਂ ਕਿਤਾਬਾਂ ਵਿੱਚੋਂ 13 ਵਿੱਚੋਂ ਚੁਣ ਕੇ ਕਵਿਤਾ, ਉਹ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਸੀ। ਹਾਂਜੀ, ਡਾਕਟਰ ਮੋਹਨ ਤਿਆਗੀ ਜੀ। ਹਾਂ, ਡਾਕਟਰ ਮੋਹਨ ਤਿਆਗੀ ਨੇ। ਤਾਂ ਕਿਉਂਕਿ ਉਹਨਾਂ ਨੇ ਮੇਰੇ ਬਾਰੇ, ਮੇਰੀ ਕਵਿਤਾ ਤੇ ਵੀ ਮਤਲਬ ਕੁਝ ਆਲੋਚਨਾ ਦੀ ਕਿਤਾਬ ਵੀ ਇੱਕ ਸੰਪਾਦਿਤ ਕੀਤੀ ਹੋਈ ਸੀ ਜੀ। ਬਾਕੀ ਮੈਂ ਸੰਪਾਦਿਤ ਕਿਤਾਬਾਂ, ਜਿਵੇਂ ਪਾਕਿਸਤਾਨੀ ਕਹਾਣੀਆਂ ਦੀ ਇੱਕ ਕਿਤਾਬ, ਹਾਂਜੀ ਲਾਰੈਂਸ ਆਫ ਹਾਂਜੀ ਦੀਆਂ ਦੀ ਕੁਝ ਕਿਤਾਬ ਸੀ। ਹਾਂਜੀ, ਮਤਲਬ ਅਨੁਵਾਦ ਦੀਆਂ ਕਿਤਾਬਾਂ ਵੀ ਇਸ ਤਰ੍ਹਾਂ, ਮਤਲਬ ਰਲਿਆ ਮਿਲਿਆ ਕੰਮ ਵੀ ਹੁੰਦਾ ਹੈ। ਨਹੀਂ, ਬਹੁਤ ਰਲਿਆ ਮਿਲਿਆ ਨਹੀਂ ਜੀ, ਹਰ ਖੇਤਰ ਵਿੱਚ ਤੁਹਾਡਾ ਕੰਮ ਹੈ ਕਿ ਤੁਸੀਂ ਕਵਿਤਾਵਾਂ ਦੀ ਵੀ, ਵਾਰਤਕ ਦੀ ਵੀ। ਜਿਹੜੀ ਤੁਹਾਡੀ ਕਿਤਾਬ ਹੈ ਜੜਾਂ ਦੇ ਵਿੱਚ ਵਿਚਾਲੇ, ਇਹ ਵਾਰਤਕ ਕਿਤਾਬ ਹੈ, ਇਹਦੇ ਵਿੱਚ ਤੁਸੀਂ ਕੀ ਸ਼ਾਮਿਲ ਕੀਤਾ ਹੈ ਜੀ? ਅਸਲ 'ਚ ਇਹ ਕਿਤਾਬ ਵਾਰਤਕ ਦੀ ਜਿਹੜੀ ਨਾ, ਇਹ ਪਹਿਲਾਂ ਇਹਦੇ 2 ਹਿੱਸੇ ਨੇ। ਪਹਿਲਾ ਹਿੱਸਾ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਜੋ ਤਬਦੀਲੀਆਂ ਆਈਆਂ ਨੇ ਉਹਦੇ ਵਿੱਚ, ਜਿਵੇਂ ਇਹਦੇ ਵਿਸ਼ੇ ਨੇ ਪਹਿਲਾਂ ਕਿ ਬੋਰ ਹੋਣਾ
ਬੁਰਾ ਨਹੀਂ ਹੁੰਦਾ, ਉਹ ਅੱਛਾ ਹੁੰਦਾ ਹੈ। ਬੋਰ ਅੱਛਾ ਹੋਣਾ ਇੱਕ ਹਾਂ ਪੱਖੀ ਪ੍ਰਕਿਰਿਆ ਹੈ। ਜਦੋਂ ਸਾਡੇ ਬਚਪਨ ਵਿੱਚ ਜਾਂ ਸਾਡੇ ਵੱਡਿਆਂ ਦੇ ਬਚਪਨਾਂ ਵਿੱਚ ਜਦੋਂ ਸਹੂਲਤਾਂ ਨਹੀਂ ਸੀ ਹੁੰਦੀਆਂ, ਹੁਣ ਬੱਚਿਆਂ ਨੂੰ ਫਟਾਫਟ ਰੈਡੀਮੇਡ ਖਿਡੌਣੇ ਜੋ ਚਾਹੁੰਦੇ ਨੇ ਉਹ ਲੈ ਦਈਦਾ। ਬਿਲਕੁਲ ਬਿਲਕੁਲ ਜਦੋਂ ਨਹੀਂ ਸੀ ਹੁੰਦਾ ਉਦੋਂ ਕੀ ਕਰਦੇ ਸੀ, ਉਦੋਂ ਉਹਨਾਂ ਨੇ ਸੋਟੀ ਨੂੰ ਘੋੜਾ ਬਣਾ ਲੈਣਾ, ਇਮੇਜਿਨ ਕਰਨਾ, ਬਿਲਕੁਲ ਫਿਰ ਉਹਨਾਂ ਨੇ ਕਾਨਿਆਂ ਨੂੰ ਛਿਲ ਕੇ, ਮੈਂ ਬਚਪਨ ਚ ਆਪਣੇ ਛੋਟੇ ਭੈਣ ਭਰਾਵਾਂ ਨੂੰ ਕਾਨਿਆਂ ਦੇ ਮੰਜੇ ਪੀੜੀਆਂ ਜੋ ਬਣਾ ਕੇ ਦਿੰਦੇ ਰਹੇ। ਹਾਂ ਮਤਲਬ ਬਿਲਕੁਲ ਉਹਦੇ ਨਾਲ ਕ੍ਰੀਏਟੀਵਿਟੀ ਕ੍ਰੀਏਟੀਵਿਟੀ ਸੀ ਸਾਡੇ ਵਿੱਚ ਇੱਕ। ਕ੍ਰੀਏਟੀਵਿਟੀ ਡਿਵੈਲਪ ਹੁੰਦੀ ਸੀ, ਜਿਹੜੀ ਕਿ ਜਦੋਂ ਅਸੀਂ ਰੈਡੀਮੇਡ ਕੁਝ ਕਰ ਲੈਂਦੇ ਆ ਉਹਦੇ ਵਿੱਚ ਉਹ ਆਰਟੀਕਲ ਹੈ ਪਹਿਲਾਂ ਕਿ ਬੁਰਾ ਨਹੀਂ ਹੁੰਦਾ ਬੋਰ ਹੋਣਾ, ਫਿਰ ਉਹਦੇ ਨਾਲ ਨਾਲ ਹੋਰ ਆਰਟੀਕਲਸ ਨੇ। ਤੇ ਜਿਹੜਾ ਮੈਨੂੰ ਮਤਲਬ ਮੈਂ ਇੱਕ ਖਾਸ ਜਿਹੜਾ ਮੇਰੀ ਪਸੰਦ ਆ ਉਹ ਹੈ ਕਹਾਣੀਆਂ ਬਾਰੇ, ਕਿ ਲੋਕ ਕਹਾਣੀਆਂ ਸਾਡੀਆਂ ਉਹ ਕਿੱਥੋਂ ਆਈਆਂ ਸਾਡੇ ਵਿਰਸੇ ਵਿੱਚ, ਤੇ ਉਹ ਕੀ ਕੀ ਸਾਨੂੰ ਦੱਸਦੀਆਂ ਨੇ। ਹੁਣ ਵੀ ਉਹਨਾਂ ਚ ਸੁਣੇ ਕਿਹੜੇ ਨੇ, ਜੀ ਜੀ ਹੈ ਕਿ ਸਾਡੇ ਵਿੱਚ ਅੱਜ ਕੱਲ ਸਾਡੇ ਸਮਾਜ ਵਿੱਚ ਹੀਰੋ ਨਹੀਂ ਹੈ, ਨਾਇਕ ਦੀ ਤਲਾਸ਼ ਹੈ ਸਾਡੇ ਨੌਜਵਾਨਾਂ ਨੂੰ। ਇਸ ਕਰਕੇ ਹੋ ਜਾ ਰਿਹਾ ਹੈ, ਆਜ਼ਾਦੀ ਤੋਂ ਪਹਿਲਾਂ ਉਹਨਾਂ ਕੋਲ ਸਾਹਮਣੇ ਨਾਇਕ ਹੁੰਦੇ ਸੀ ਤੇ ਉਹ ਉਹਨਾਂ ਦੀਆਂ ਗੱਲਾਂ ਸੁਣਦੇ ਸੀ, ਉਹਨਾਂ ਮੁਤਾਬਕ ਚੱਲਦੇ। ਹੁਣ ਨਾਇਕ ਨਹੀਂ ਹੈ ਸਾਡੇ ਜੀ ਬਿਲਕੁਲ ਬਿਲਕੁਲ, ਕੋਈ ਰੋਲ ਮਾਡਲ ਨਹੀਂ ਜਿਹੜਾ ਹੈ ਉਹ ਕੁਝ ਮੈਂ 14-15 ਸਾਲ ਪਹਿਲਾਂ ਸੰਖ ਮੈਗਜ਼ੀਨ ਦੇ ਵਿੱਚ ਉਹ ਲਿਖ ਦਿੰਦੇ ਸੀ, ਕਦੀ ਪਗਡੰਡੀਆਂ, ਕਦੀ ਜੜਾਂ, ਕਦੀ ਇਸ ਤਰੀਕੇ ਦੇ ਟੌਪਿਕ ਦਿੰਦੇ ਸੀ। ਉਹਨਾਂ ਤੇ ਲਿਖੇ ਹੋਏ ਉਹ ਆਰਟੀਕਲ ਸੀਗੇ, ਉਹ ਇਮੇਜਿਨੇਸ਼ਨ ਹੀ ਸਾਡੀ ਮਤਲਬ ਜਿਸ ਤਰ੍ਹਾਂ ਦੇ ਹਾਲਾਤ ਮੁਤਾਬਕ। ਬਹੁਤ ਅੱਛੀ ਜੀ, ਬਹੁਤ ਵਧੀਆ। ਤੇ ਜੜਾਂ ਦੇ ਵਿੱਚ ਵਿਚਾਲੇ ਤੁਸੀਂ ਇਹਦਾ ਨਾਮ ਮਤਲਬ ਕਿਸ ਤਰ੍ਹਾਂ ਰੱਖਿਆ? ਉਹ ਇਹ ਕਿ ਸਾਡੀਆਂ ਇਹ ਇੱਕ ਵਰਤਾਰਾ ਹੈ ਕਿ ਸਾਡੀਆਂ ਜੜਾਂ ਦੇ ਵਿੱਚ ਵਿਚਾਲੇ ਕੀ ਹੋਇਆ ਏ ਤੇ ਹੁਣ ਕੀ ਹੋ ਰਿਹਾ ਏ। ਸਾਡੀਆਂ ਜੜਾਂ ਬੇਸ਼ੱਕ ਅਸੀਂ ਪੌਦੇ ਨਹੀਂ ਹੈ, ਪਰ ਸਾਡੀਆਂ ਜੜਾਂ ਨੇ, ਸਾਡਾ ਅਤੀਤ ਹੈ, ਸਾਡਾ ਵਰਤਮਾਨ ਹੈ, ਉਹ ਜੜਾਂ ਨੇ ਸਾਡੀਆਂ। ਸਾਡੇ ਬੱਚੇ ਬਾਹਰ ਜਾਂਦੇ ਨੇ, ਉਹ ਆਪਣੀਆਂ ਜੜਾਂ ਦੇ ਅੰਸ਼ ਲੈ ਕੇ ਨਾਲ ਜਾਂਦੇ ਨੇ ਜਿਹੜੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਅਤਿੰਦਰ ਜੀ, ਤੁਸੀਂ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਸਾਰੇ ਕਾਨਫਰੰਸਿਸ ਅਟੈਂਡ ਕਰਨ ਲਈ ਜਾਂਦੇ ਜੀ, ਸਾਹਿਤ ਦੀਆਂ ਵੀ, ਹੋਰ ਵੀ ਕੋਈ ਵੂਮਨ ਕਾਨਫਰੰਸ ਹੁੰਦੀਆਂ ਉਹ ਵੀ ਅਟੈਂਡ ਕਰਨ ਲਈ ਜਾਂਦੇ ਜੇ। ਤੁਹਾਨੂੰ ਕੀ ਫਰਕ ਲੱਗਦਾ ਇੱਥੋਂ ਦੇ ਸਾਹਿਤ ਤੇ ਕੋਈ ਵਿਦੇਸ਼ਾਂ ਦੇ ਵਿੱਚ ਸਾਹਿਤਿਕ ਪ੍ਰੋਗਰਾਮਾਂ 'ਚ ਕੋਈ ਫਰਕ, ਜਾਂ ਕੁਝ ਕਿ ਇੱਕੋ ਜਿਹੇ ਲੱਗਦੇ? ਕੀ ਫਰਕ ਲੱਗਦਾ? ਨਹੀਂ, ਇਸ ਤਰ੍ਹਾਂ ਹੈ ਕਿ ਕਿਉਂਕਿ ਅਸੀਂ ਉਸ ਤਰ੍ਹਾਂ ਕਹੀਏ ਤਾਂ ਮਤਲਬ ਜੇ ਸਾਹਿਤ ਤੇ ਅਸੀਂ ਕਹੀਏ ਤਾਂ ਇੱਕੋ ਜਿਹਾ ਹੈ, ਪਰ ਜਿਹੜੇ ਮਾਹੌਲ 'ਚ ਅਸੀਂ ਜਿਉਂਦੇ ਆ, ਅਸੀਂ ਉਹਦੇ ਅਸਰ ਦੇ ਵਿੱਚ ਉਹ ਸਾਡੇ 'ਚ ਰਚਦਾ, ਤਾਂ ਅਸੀਂ ਕੁਝ ਲਿਖਦੇ ਹਾਂ ਜਾਂ ਰਚਦੇ ਹਾਂ। ਤਾਂ ਇਸ ਕਰਕੇ ਉਹਨਾਂ ਦਾ ਮਾਹੌਲ ਥੋੜਾ ਫਰਕ ਹੈ, ਸਾਡਾ ਫਰਕ ਹੈ। ਇਸ ਕਰਕੇ ਕੁਝ ਡਿਫਰੈਂਸਿਸ। ਦੂਜੀ ਗੱਲ ਇਹ ਹੈ, ਜਦੋਂ ਅਸੀਂ ਇੱਥੇ ਜੀ ਰਹੇ ਹਾਂ ਨਾ, ਸਾਨੂੰ ਆਪਣੇ ਆਲੇ ਦੁਆਲੇ ਦਾ ਜ਼ਰਾ ਫਿਕਰ ਨਹੀਂ ਹੈ, ਹੇਰਵਾ ਨਹੀਂ ਹੈ ਸਾਡੇ। ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਉਦੋਂ ਸਾਨੂੰ ਹੋਮ ਸਿਕਨੈਸ, ਹੇਰਵਾ। ਪਹਿਲੀ ਜਿਹੜੀ ਰਚਨਾਵਾਂ ਨੇ ਪ੍ਰਵਾਸੀ ਸਾਹਿਤਕਾਰਾਂ ਨੇ, ਉਹਨਾਂ 'ਚ ਹੇਰਵਾ ਬਹੁਤ ਸੀ, ਲੇਕਿਨ ਉਹਦੇ ਵਿੱਚ ਨਾਲ ਚਿੰਤਨ ਬਹੁਤ ਆ ਰਿਹਾ ਹੈ, ਨਾਲ ਜਿਵੇਂ ਅਲੱਗ-ਅਲੱਗ ਕਵਿਤਾ, ਕਹਾਣੀਆਂ, ਮੈਂ ਕਿਤਾਬਾਂ ਪਿੱਛੇ ਜੇ ਪੜ੍ਹੀਆਂ ਨੇ ਇਹਨਾਂ ਦੀਆਂ, ਤਾਂ ਉਹਦੇ ਵਿੱਚ ਚਿੰਤਨ ਵੀ ਹੈ ਨਾਲ ਬਹੁਤ ਸਾਰਾ। ਤੇ ਦੂਸਰੀ ਗੱਲ ਇੱਕ ਜਿਹੜਾ ਵਾਧਾ ਹੈ ਉਹ ਹੈ ਕਿ ਇਹਨਾਂ ਨੇ ਸਾਡੇ ਤੋਂ ਜ਼ਿਆਦਾ ਦੁਨੀਆ ਦੇਖੀ ਹੋਈ ਹੈ। ਬਿਲਕੁਲ ਜੀ, ਉਹ ਵਰਤਾਰੇ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ। ਮੈਂ ਇਸ ਕਰਕੇ ਮੈਂ ਇਹਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਪਾਕਿਸਤਾਨ ਦੀਆਂ ਕਵਿਤਰੀਆਂ ਦੀ ਕਵਿਤਾ ਵੀ ਸ਼ਾਮਲ ਕੀਤੀ, ਜਿਹੜੀਆਂ ਪੰਜਾਬੀ 'ਚ ਲਿਖ ਰਹੀਆਂ ਨੇ, ਮੈਗਜ਼ੀਨ 'ਚੋਂ ਵੀ ਸ਼ਾਮਲ ਹੈ। ਉਹਦੇ ਤੋਂ ਪਤਾ ਲੱਗਦਾ ਹੈ ਕਿ ਕੋਈ ਕਿੱਥੇ ਹੈ ਤੇ ਕਿਸ ਤਰ੍ਹਾਂ ਲਿਖ ਰਿਹਾ ਹੈ, ਨਾਲ ਇਹ ਹੈ। ਪਰ ਇੱਕ ਜਿਹੜਾ ਮੈਨੂੰ ਜਿਹੜਾ ਮੈਂ ਸਮਝਦੀ ਕਿ ਫੈਕਟ ਹੈ, ਹਾਰਡ ਫੈਕਟ ਹੈ, ਉਹ ਇਹ ਹੈ ਕਿ ਜਦੋਂ ਤੱਕ ਪ੍ਰਵਾਸ ਚੱਲ ਰਿਹਾ ਹੈ ਬਾਹਰ, ਪੰਜਾਬੀ ਉਦੋਂ ਤੱਕ ਹੈ ਉਹਨਾਂ ਦੇਸ਼ਾਂ 'ਚ, ਕਿਉਂਕਿ ਅਗਲੀ ਜਨਰੇਸ਼ਨ ਨੇ ਉੱਥੇ ਐਡਜਸਟ ਹੋਣਾ ਹੁੰਦਾ ਹੈ ਜੀ, ਪੂਰੀ ਹੁੰਦੀ ਹੈ ਉੱਥੇ ਐਬਜ਼ੌਰਬ ਹੋ ਜਾਏ ਉਹਦੇ ਮੁਤਾਬਕ। ਤਾਂ ਉੱਥੇ ਪੰਜਾਬੀ ਲਿਟਰੇਚਰ ਉਹਨਾਂ ਨੂੰ ਪੜ੍ਹਨ ਜਾਂ ਲਿਖਣ ਜਾਂ ਨਾਲ ਜੁੜਨ ਦੀ ਬਹੁਤ ਘੱਟ ਜ਼ਰੂਰਤ ਹੈ, ਬਹੁਤ ਘੱਟ। ਤੁਹਾਨੂੰ ਸ਼ਾਇਦ 0.01% ਅਗਲੀ ਜਨਰੇਸ਼ਨ ਮਿਲੇ, ਪਰ ਜ਼ਿਆਦਾਤਰ ਉੱਥੇ ਚੇਂਜ ਹੋ ਜਾਂਦੀ ਹੈ। ਇਸ ਕਰਕੇ ਪ੍ਰਵਾਸ ਜਾਰੀ ਰਹੇ ਤਾਂ ਪੰਜਾਬੀ ਵਿਦੇਸ਼ਾਂ ਵਿੱਚ ਵੱਧਦੀ ਫੁੱਲਦੀ ਰਹੇਗੀ, ਜਾਰੀ ਰਹੇਗੀ। ਬਿਲਕੁਲ ਬਿਲਕੁਲ ਬਿਲਕੁਲ। ਪੰਜਾਬੀ ਇੱਥੋਂ ਹੀ ਆਪਣਾ ਸਾਰਾ ਵਿਰਸਾ, ਸੱਭਿਆਚਾਰ ਸਾਰਾ ਲੈ ਕੇ ਉੱਧਰ ਜਾਣਗੇ। ਤੇ ਇੱਥੇ ਮੈਂ ਔਰਤ ਦੀ ਵੀ ਗੱਲ ਕਰਾਂਗੀ ਕਿ ਤੁਸੀਂ ਔਰਤ ਦੀ ਸਾਡੇ ਦੇਸ਼ ਤੇ ਬਾਹਰਲੇ ਮੁਲਕ ਵਿੱਚ ਕੋਈ ਫਰਕ ਹੈ, ਕੋਈ ਸਥਿਤੀ ਵਿੱਚ? ਸਾਡੇ ਦੇਸ਼ ਵਿੱਚ ਜਿਹੜੀ ਔਰਤ ਦੀ ਸਥਿਤੀ ਹੈ ਨਾ, ਅਜੇ ਉਹਦੇ ਵਿੱਚ ਪੁਰਾਣਾ ਜੋ ਸਾਰਾ ਕੁਝ ਉਹ ਔਰਤ ਤੇ ਹੀ ਲਾਗੂ ਕੀਤਾ ਜਾਂਦਾ ਹੈ। ਕਿ ਔਰਤਾਂ ਰਿਵਾਜ ਜਿਹੜੇ ਸੀਗੇ, ਔਰਤਾਂ ਪਹਿਲੀਆਂ ਜੈਂਟਸ ਗੱਲਾਂ ਕਰਨਗੇ, ਕਦੀ ਸਿਆਣੇ
ਪੁਰਾਣੀਆਂ ਔਰਤਾਂ ਪਰਦੇ ਕਰਦੀਆਂ ਸੀ, ਹੁਣ ਤਾਂ ਦੇਖੋ ਇੰਝ ਹੀ ਤੁਰੀਆਂ ਫਿਰਦੀਆਂ ਨੇ, ਪੁਰਾਣੀਆਂ ਇੰਝ ਕਰਦੀਆਂ ਸੀ। ਜੀ ਜੀ ਜਵਾਬ ਦਿੱਤੇ ਨੇ ਕਿ ਜੈਂਟਸ ਵੀ ਉਸ ਤਰੀਕੇ ਨਾਲ ਸ਼ਮਲੇ ਵਾਲੀਆਂ ਪੱਗਾਂ ਨਹੀਂ ਸ਼ਮਲੇ ਵਾਲੀ ਪੱਗਾਂ ਜਾਂ ਚਾਦਰਾਂ ਨਹੀਂ ਬੰਨਦੇ ਜਾਂ ਜੀ ਹਲ ਨਹੀਂ ਵਾਹੁੰਦੇ। ਫਿਰ ਔਰਤਾਂ ਲਈ ਵੀ ਉਸ ਜਦੋਂ ਸਾਰਾ ਜੀ ਮਾਹੌਲ ਬਦਲਿਆ, ਔਰਤਾਂ ਲਈ ਵੀ ਬਦਲਿਆ, ਪਰ ਜੀ ਨਿਸ਼ਾਨਾ ਅਕਸਰ ਔਰਤਾਂ ਬਣਦੀਆਂ ਨੇ। ਬਣਦੀਆਂ ਨੇ ਇਹ ਹੈ, ਇਸ ਕਰਕੇ ਇਹ ਹੈ। ਪਰ ਬਾਹਰ ਜਦੋਂ ਚਲੇ ਜਾਂਦੇ ਨੇ ਤਾਂ ਉੱਥੇ ਨੈਚੁਰਲੀ ਸਾਰਿਆਂ ਨੇ ਉਸ ਮਾਹੌਲ ਵਿੱਚ ਐਬਜ਼ੌਰਬ ਹੋਣਾ ਹੁੰਦਾ ਹੈ। ਬਿਲਕੁਲ ਤਾਂ ਉਸ ਹਿਸਾਬ ਨਾਲ ਮਤਲਬ ਜ਼ਿੰਦਗੀ ਦਾ ਫਰਕ ਪੈਂਦਾ। ਮੈਂ ਉੱਥੇ ਵੀ ਬਹੁਤ ਵਾਰ ਗਈ ਹਾਂ ਅਮਰੀਕਾ ਆਪਣੇ ਬੇਟੇ ਕੋਲ, ਉੱਥੇ ਉਹ ਕਾਰਡੀਓਲੋਜਿਸਟ ਹੈ, ਤਾਂ ਮੈਂ ਦੇਖਿਆ ਕਿ ਉੱਥੇ ਆਲੇ ਦੁਆਲੇ ਹੋਰ ਡਾਕਟਰਾਂ ਦੇ ਘਰਾਂ ਵੀ ਜਾਂਦੇ ਆ ਕਿ ਬਹੁਤ ਕੁਝ ਜ਼ਿੰਦਗੀ ਬਦਲੀ, ਫਰਕ ਹੈ ਸਾਡੇ ਨਾਲੋਂ। ਉਹਨਾਂ ਦੇ ਮਾਹੌਲ ਮੁਤਾਬਕ ਉਹਨਾਂ ਦੀਆਂ ਮਜਬੂਰੀਆਂ ਨੇ, ਤਾਂ ਉਹਨਾਂ ਨੇ ਜੀ ਰਹਿਣਾ ਹੈ। ਇਸ ਕਰਕੇ ਇੱਕ ਤੋਂ ਦੂਜੇ ਖਿੱਤੇ ਵਿੱਚ ਜਾ ਕੇ ਪਿੰਡਾਂ ਤੇ ਸ਼ਹਿਰਾਂ 'ਚ ਜਿਵੇਂ ਫਰਕ ਸੀ, ਹੁਣ ਤਾਂ ਖੈਰ ਬਹੁਤ ਬਿਲਕੁਲ ਘੱਟ ਫਰਕ ਰਹਿ ਗਿਆ ਜੀ ਇੱਥੇ, ਬਿਲकुल ਪਰ ਪਹਿਲਾਂ ਸੀ। ਉਸ ਤਰ੍ਹਾਂ ਹੀ ਇਹ ਫਰਕ ਦੂਸਰਾ ਜਿਹੜਾ ਇਹ ਕੁਝ ਕੁਦਰਤੀ ਹੈ ਤੇ ਇਹ ਹੋਣਾ ਵੀ ਹੁੰਦਾ ਹੈ ਫਿਰ ਨਾਲ ਜ਼ਿੰਦਗੀ ਬਿਲकुल ਹੋਣਾ ਹੁੰਦਾ ਜੀ। ਜੀ। ਤੇ ਆਪਦੇ ਪਰਿਵਾਰ ਚੋਂ ਵੀ ਕੋਈ ਲਿਖਦਾ? ਹਾਂਜੀ, ਮੇਰੀ ਬੇਟੀ ਦੀ ਡਾਕਟਰ ਹੈ ਲੁਧਿਆਣੇ 'ਚ, ਉਹਦੀ ਕਵਿਤਾ ਦੀ ਕਿਤਾਬ ਆਈ ਸੀ ਵਾਹ ਜੀ ਵਾਹ ਚੁੱਪ ਦੇ ਓਲੇ, ਔਰ ਉਹਦੀ ਬੇਟੀ ਜਿਹੜੀ ਕਿ ਹੁਣ ਆਸਟ੍ਰੇਲੀਆ ਜਰਨਲਿਜ਼ਮ ਕਰ ਰਹੀ ਹੈ, ਪਰ ਵੈਰੀ ਗੁੱਡ ਮੈਂ ਇੱਥੇ 9th ਵਿੱਚ ਪੜ੍ਹਦੀ ਸੀ, ਉਹਦੀ ਇੰਗਲਿਸ਼ ਪੋਇਟਰੀ ਦੀ ਕਿਤਾਬ ਆਈ ਸੀ। ਵਾਹ ਬਹੁਤ ਖੂਬ ਬਹੁਤ ਖੂਬ। ਇਹਦਾ ਮਤਲਬ ਕਿ ਤੁਹਾਡੇ ਜ਼ੀਨਸ ਅੱਗੇ ਚਲੇ ਗਏ ਲਿਖਣ ਦੇ, ਜੀ ਜ਼ੀਨਸ ਤੁਹਾਡੇ ਅੱਗੇ ਅੱਗੇ ਚਲੇ ਗਏ ਪੋਇਟਰੀ ਦੇ ਲਿਖਣ ਦੇ। ਵਧੀਆ ਜੀ ਕੁਦਰਤੀ, ਹਾਂ ਜੀਨਸ ਹੀ ਕਹਿ ਸਕਦੇ ਹਾਂ ਜੀ ਕਿ ਉਹਨੂੰ ਐਕਚੁਅਲੀ ਪੜ੍ਹਨ ਦਾ, ਉਹ ਮੇਰੀ ਦੋਤਰੀ ਜਿਹੜੀ ਹੈ ਉਹਨੂੰ ਪੜ੍ਹਨ ਦਾ, ਸ਼ੁਰੂ ਤੋਂ ਪੜ੍ਹਨ ਦਾ ਬਹੁਤ ਚੱਸ ਸੀ ਜਿਵੇਂ ਮੈਨੂੰ ਹੈ ਨਾ। ਜੀ ਉਹ ਕਿਤਾਬਾਂ ਹਮੇਸ਼ਾ ਕਿਤਾਬਾਂ ਦੇ ਗਿਫਟ ਮੰਗਦੀ ਸੀ, ਤਾਂ ਜੀ ਉਹਦੇ ਕੁਦਰਤੀ ਉਹਦੇ ਮੈਚੋਰਿਟੀ ਹੈ ਉਹਦੇ ਆਈਡੀਆਜ਼ ਵਿੱਚ। ਬਹੁਤ ਵਧੀਆ ਜੀ, ਬਹੁਤ ਅੱਛਾ ਜੀ। ਹੁਣ ਤੁਸੀਂ ਜਿਹੜੀ ਕਵਿਤਾ ਕਹਿ ਰਹੇ ਸੀ ਨਾ, ਮੈਂ ਗਜ਼ਲ ਨਹੀਂ ਹਾਂ ਦੋਸਤੋ, ਇਹਦੀ ਸਾਂਝ ਜ਼ਰੂਰ ਪਾਓ। ਹਾਂਜੀ, ਮੈਂ ਮਹਿਸੂਸ ਕੀਤਾ ਸੀ ਕਿ ਔਰਤ ਨੂੰ ਗਜ਼ਲ ਕਿਹਾ ਜਾਂਦਾ ਹੈ। ਗਜ਼ਲ ਨੂੰ ਹੈਗਾ ਕਿ ਗਜ਼ਲ ਕੀ ਹੈ ਕਿ ਗਜ਼ਲ ਦੇ ਆਈਡੀਆ ਨੂੰ, ਵਿਚਾਰ ਨੂੰ ਜਿਹੜੇ ਲਿਖਣ ਵਾਲੇ ਨੇ ਆਪਣੇ ਮੁਤਾਬਕ ਉਹਨੂੰ ਬੰਨ੍ਹਦੇ ਨੇ ਇੱਕ ਖਾਸ ਪ੍ਰੋਸੈਸ, ਖਾਸ ਤਰੀਕੇ ਨਾਲ, ਜੀ ਖਾਸ ਬੰਦਿਸ਼ਾਂ ਵਿੱਚ। ਤਾਂ ਔਰਤ ਨੂੰ ਵੀ ਗਜ਼ਲ ਕਿਹਾ ਜਾਂਦਾ। ਕਦੀ ਔਰਤ ਨੂੰ ਕਿਹਾ ਜਾਂਦਾ ਅਨਪੂਰਨਾ, ਕਦੀ ਕਿਹਾ ਜਾਂਦਾ ਇਹ ਫੁੱਲ ਹੈ, ਉੱਥੋਂ ਕਦੀ ਕਿਹਾ ਜਾਂਦਾ ਵੇਲ ਅਕਸਰ। ਤਾਂ ਜੀ ਉਹ ਕਵਿਤਾ, ਉਹ ਮੇਰੇ ਮਨ ਵਿੱਚ ਸਾਰਾ ਕੁਝ ਚੁਭਦਾ ਸੀ। ਤਾਂ ਉਹ ਕਵਿਤਾ ਹੈ ਕਿ ਮੈਂ ਗਜ਼ਲ ਨਹੀਂ ਹਾਂ ਦੋਸਤੋ, ਜੀ ਨਾ ਮਿਲੀ ਬਹਿਰ ਦੀ ਮੁਤਾਜ ਖਾਸ ਹਾਂ ਜੀ ਮੈਂ ਨਜ਼ਮ ਹਾਂ ਆਜ਼ਾਦ ਜਈ, ਕੁਦਰਤ ਦਾ ਇੱਕ ਅੰਦਾਜ਼ ਹਾਂ। ਵਾਹ, ਕੁਦਰਤ ਦਾ ਇੱਕ ਅੰਦਾਜ਼, ਬਹੁਤ ਖੂਬ। ਹੁਣ ਚੌਖਟੇ ਨਾ ਰੂਪ ਲਈ ਆਕਾਰ ਦੇ ਪ੍ਰਕਾਰ ਦੱਸ ਕਿ ਇਸ ਤਰ੍ਹਾਂ ਦੀਆਂ ਵਾਈਟਲ ਸਟੈਟਿਸਟਿਕਸ ਹੋਣ ਨਹੀਂ ਜ਼ਰੂਰਤ। ਹੁਣ ਚੌਖਟੇ ਨਾ ਹੀ ਰੂਪ ਲਈ ਆਕਾਰ ਦੇ ਪ੍ਰਕਾਰ ਦੱਸ, ਇਸੇ ਹੁਮਸ ਵਿੱਚ ਫਸੀ ਮੈਂ ਆਪਣੀ ਗੁੰਮ ਆਵਾਜ਼ ਹਾਂ। ਪਗਡੰਡੀਆਂ ਨਾ ਸੋਚ ਮੇਰੀ ਨੂੰ ਕੋਈ ਅਗਵਾਈ ਦੇ ਕਿ ਲక్ష్మణ ਰੇਖਾਵਾਂ ਨਹੀਂ ਚਾਹੀਦੀਆਂ। ਪਗਡੰਡੀਆਂ ਨਾ ਸੋਚ ਮੇਰੀ ਨੂੰ ਕੋਈ ਅਗਵਾਈ ਦੇ, ਮਹਿਸੂਸ ਮੈਨੂੰ ਕਰਨ ਦੇ ਮੈਂ ਆਪਣਾ ਖੁਦ ਆਗਾਜ਼ ਹਾਂ। ਵਾਹ ਕੀ ਬਾਤ, ਕੀ ਬਾਤ। ਥੈਂਕ ਯੂ। ਮੇਰੀ ਸ਼ਾਖ ਚੋਂ ਹੀ ਫੁੱਟ ਕੇ ਪੱਲਰ ਕੇ ਮੇਰੇ ਸਾਹਾਂ ਚੋਂ ਮੈਨੂੰ ਕਲਮਿਆਂ ਵਿੱਚ ਬੰਨ ਕੇ ਨਾ ਕਹਿ ਕੇ ਮੈਂ ਮੁਤਾਜ ਹਾਂ। ਸਿਰਜਕ ਹਾਂ ਕੁਦਰਤ ਦੀ ਤਰ੍ਹਾਂ ਰੰਗਾਂ ਦੀ ਰਚਨਹਾਰ ਵੀ ਨਹੀਂ, ਊਰਜਾ ਦੀ ਕੁੱਖ ਹਾਂ, ਖੁਦ ਜ਼ਿੰਦਗੀ ਦਾ ਮਿਜਾਜ਼ ਹਾਂ। ਵਾਹ। ਮੇਰੇ ਖਾਬ ਖਿਆਲ ਨੂੰ ਵਹਿਣ ਦੇ, ਮੈਨੂੰ ਆਪਣੀ ਭਾਸ਼ਾ ਕਹਿਣ ਦੇ ਨਾ ਤੋਲ ਮੋਲ ਕੇ ਪਰ ਕਦਰ ਫਿਰ ਦੇ ਭਰਮ ਕਿ ਮੈਂ ਰਾਜ਼ ਹਾਂ। ਬਹੁਤ ਖੂਬ, ਬਹੁਤ ਖੂਬ। ਮੈਂ ਫੁੱਲ ਹਾਂ ਨਾ ਵੇਲ ਹਾਂ, ਵਾਹ। ਮੈਂ ਫੁੱਲ ਹਾਂ ਨਾ ਵੇਲ ਹਾਂ, ਮੈਂ ਬਿਰਖ ਹਾਂ ਸੰਘਣਾ ਸਜਗ, ਮੇਰੀ ਛਾਵੇਂ ਜ਼ਿੰਦਗੀ ਸਾਹ ਲਵੇ ਮੈਂ ਸ਼ਕਤੀਆਂ ਦਾ ਸਾਜ਼ ਹਾਂ। ਸ਼ਕਤੀਆਂ ਦਾ ਸਾਜ਼ ਹਾਂ, ਬਹੁਤ ਖੂਬ। ਮੈਨੂੰ ਮੇਰੇ ਰੂਪ ਚ ਜੀਣ ਦੇ, ਮੈਨੂੰ ਬਿਰਖਾਂ ਵਾਂਗਰ ਸੀਣ ਦੇ, ਨਾ ਸਿਮਲੀਆਂ ਤਸ਼ਬੀਹਾਂ ਦੇ ਕੁਝ ਵਿਸ਼ੇਸ਼ਣ ਨਹੀਂ ਚਾਹੀਦੇ, ਨਾ ਸਿਮਲੀਆਂ ਤਸ਼ਬੀਹਾਂ ਦੇ, ਨਾ ਗਹਿਣਿਆਂ ਦੀ ਮੁਤਾਜ ਹਾਂ। ਹਾਂ, ਮੇਰੀ ਗੋਂਦ ਨੂੰ ਇਵੇਂ ਸਹਿਜ ਮੰਨ,
ਹੂੰ ਤੇਰੀ ਹੋਂਦ ਨੂੰ ਇਵੇਂ ਸਹਿਜ ਸਹਿਜ ਮਨ, ਮਨ ਜਿਵੇਂ ਧੁੱਪ ਪਾਣੀ ਜਾਂ ਹਵਾ, ਸਹਿਜ ਚੋਂ ਜੋ ਫੁੱਟਣੀ ਉਹ ਸੋਚਦੀ ਪਰਵਾਜ਼ਾਂ। ਵਾਹ ਗਜ਼ਲ ਨਹੀਂ ਹੈ ਦੋਸਤੋ, ਨਾ ਮਿਲੀ ਬਹਿਰ ਦੀ ਮੁਤਾਜ ਹਾਂ, ਤਾਜ ਹਾਂ ਮੈਂ ਨਜ਼ਮ ਹਾਂ, ਆਜ਼ਾਦ ਜਹੀ ਕੁਦਰਤ ਦਾ ਇੱਕ ਅੰਦਾਜ਼। ਵਾਹ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਅਰਤਿੰਦਰ ਜੀ, ਸ਼ੁਕਰੀਆ। ਬਹੁਤ ਵਧੀਆ ਜੀ। ਤੇ ਹੁਣ ਤੁਸੀਂ ਮੈਨੂੰ ਇਹਨਾਂ ਤੋਂ ਇਲਾਵਾ ਸਭ ਤੋਂ ਹਟ ਕੇ ਦੱਸੋ ਕਿ ਤੁਹਾਨੂੰ ਹੋਰ ਕੀ ਸ਼ੌਂਕ ਨੇ? ਵੈਸੇ ਤੇ ਪੜਨ ਦਾ ਤੇ ਮੇਨ ਸ਼ੌਂਕ ਹੈ, ਨਹੀਂ, ਮੈਨੂੰ ਹੋਰ ਕੀ ਬਹੁਤ ਸ਼ੌਂਕ ਸਾਰੇ ਹੈ? ਸ਼ੌਕ ਰਹੇ। ਮੈਂ ਪੇਂਟਿੰਗ ਕਰਦੀ ਰਹੀ ਹਾਂ, ਔਰ ਮੈਂ ਇੱਕ ਵਾਹ ਟਾਈਮ ਤੇ ਵਾਟਰ ਕਲਰ, ਆਇਲ ਕਲਰ, ਸਾਰੀ ਤਰ੍ਹਾਂ ਦੇ ਮਤਲਬ ਮੀਡੀਅਮ ਟਰਾਈ ਕੀਤੇ। ਜੀ ਪਰ ਮੈਂ ਸਮਝਦੀ ਹਾਂ ਜਿਹੜੀ ਮੈਰਿਜ ਹੈ, ਜੋ ਮੈਨੂੰ ਲੱਗਾ ਉਹ ਕੁੜੀਆਂ ਦੇ ਸਾਰੇ ਹੁਨਰ ਨੂੰ ਖਾ ਜਾਂਦੀ ਹੈ। ਬਿਲਕੁਲ ਜੀ, ਬਿਲਕੁਲ ਬਿਲकुल ਮੈਂ ਵੀ ਸਾਰਾ ਸਹਿਮਤ ਹਾਂ ਟੈਲੈਂਟ ਜੀ। ਖਾ ਜਾਂਦੀ ਹੈ। ਮਤਲਬ ਇੰਜ ਨਹੀਂ ਕਿ ਅਸੀਂ ਜ਼ਿੰਮੇਵਾਰੀ, ਅਸੀਂ ਉਸ ਵੇਲੇ ਅਸੀਂ ਮਤਲਬ ਜ਼ਿੰਮੇਵਾਰੀਆਂ ਨਿਭਾਉਣੀਆਂ ਹੀ ਹੁੰਦੀਆਂ ਨੇ, ਔਰ ਜ਼ਿਆਦਾ ਜ਼ਿੰਮੇਵਾਰੀਆਂ ਸਾਡੇ ਸਮਾਜ ਵਿੱਚ ਔਰਤ ਤੇ ਹੀ ਨੇ। ਬਿਲਕੁਲ ਬਿਲकुल ਤਾਂ ਉਹ ਮਤਲਬ ਕਰਦਿਆਂ ਅਸੀਂ ਸੋਚਦੇ ਹਾਂ ਕਿ ਅਸੀਂ ਕੋਈ ਗਲਤੀ ਨਾ ਕਰ ਜਾਈਏ, ਸਾਡੇ ਕੋਲੋਂ ਕੋਈ ਜ਼ਿੰਮੇਵਾਰੀ ਛੁੱਟ ਨਾ ਜਾਏ, ਕੋਈ ਜੀ ਪਤਾ ਹੀ ਨਾ ਹੋਵੇ। ਉਹ ਕਰਦਿਆਂ ਜਿਵੇਂ ਮੈਂ ਪਹਿਲੀ ਕਵਿਤਾ ਪੜ੍ਹੀ ਸੀ ਕਿ ਮਨ ਦੀ ਭਰ ਵਗਦੀ ਹੈ ਨਦੀ, ਉਹ ਹਾਲ ਹੈ ਕਿ ਅਸੀਂ ਆਪਣੇ ਆਪ ਨੂੰ ਹਮੇਸ਼ਾ ਅਵੋਇਡ ਕਰਦੇ ਰਹਿੰਦੇ ਹਾਂ। ਤਾਂ ਉਸ ਹਿਸਾਬ ਨਾਲ ਜਿਹੜਾ ਹੈ, ਮਤਲਬ ਮੈਨੂੰ ਵੀ ਲੱਗਿਆ ਕਿ ਬਹੁਤ ਸਾਰਾ ਕੁਝ ਜਿਹੜਾ ਸੀ ਉਹਦੇ ਵਿੱਚ ਟੈਲੈਂਟ ਖਤਮ ਹੋ ਗਿਆ। ਪਰ ਮੈਂ ਥੋੜਾ ਇਹ ਰਿਹਾ ਕਿ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਿਖਾਉਂਦੀ ਰਹੀ। ਮੈਂ ਸਕੂਲ ਵਿੱਚ ਪਹਿਲਾਂ ਲੜਕੀਆਂ ਨੂੰ ਡਬਲ ਸ਼ਿਫਟ ਸੀ, ਆਫਟਰ ਫਸਟ ਸ਼ਿਫਟ ਮੈਂ ਲੈ ਕੇ ਬੈਠ ਜਾਣਾ, ਉਹਨਾਂ ਨੂੰ ਗ੍ਰੀਟਿੰਗ ਕਾਰਡਸ ਬਣਾਉਣੇ, ਪੇਂਟਿੰਗ ਸਿਖਾਉਣੀ, ਜੋ ਇਹੋ ਜਿਹਾ ਮਤਲਬ ਇਹ ਸਾਰੇ ਹੀ ਕੰਮ ਜਿਹੜੇ ਨੇ ਮੈਨੂੰ ਐਮਬਰਾਇਡਰੀ ਤੋਂ ਲੈ ਕੇ, ਐਮਬਰਾਇਡਰੀ ਮੇਰਾ ਹੱਥ ਬੜਾ ਸਾਫ਼ ਹੈ, ਨਿਟਿੰਗ, ਮਤਲਬ ਸਾਰੇ ਹੀ ਕੰਮ ਕਰਦੀ ਹਾਂ। ਅਸੀਂ ਗੱਲ ਨਹੀਂ, ਮੈਨੂੰ ਅੱਛੇ ਲੱਗਦੇ ਨੇ ਕੰਮ ਜਿਹੜੇ ਨੇ। ਤਾਂ ਫਿਰ ਲਿਖਣਾ ਪੜ੍ਹਨਾ ਦੂਜੀ ਗੱਲ। ਹੁਣ ਮੇਰਾ ਕਈ ਸਾਲਾਂ ਤੋਂ ਮੇਰਾ ਸ਼ੌਕ ਨੇਚਰ ਦੀ ਫੋਟੋਗ੍ਰਾਫੀ ਦਾ ਵੀ ਹੈ। ਉਹ ਮੈਂ ਬੱਦਲਾਂ ਦੀਆਂ ਖੂਬਸੂਰਤ ਫੋਟੋ ਜਾਂ ਹੋਰ ਜੋ ਨੇਚਰ ਕੁਦਰਤੀ ਨਜ਼ਾਰਿਆਂ ਦੀਆਂ ਫੋਟੋ ਖਿੱਚਦੀ ਰਹਿੰਦੀ ਹਾਂ। ਉਹ ਮੈਨੂੰ ਐਨਰਜੀ ਦਿੰਦਾ ਅਸਲ 'ਚ ਸਾਰਾ ਕੁਝ ਜੀ। ਬਹੁਤ ਖੂਬ ਜੀ। ਅਰਤਿੰਦਰ ਜੀ, ਅਗਰ ਮੈਂ ਤੁਹਾਡੇ ਮਾਨ ਸਨਮਾਨਾਂ ਦੀ ਗੱਲ ਕਰਾਂ ਨਾ, ਇੱਕ ਬਹੁਤ ਲੰਬੀ ਲਿਸਟ ਹੈ ਮੇਰੇ ਪਾਸ, ਬਹੁਤ ਲੰਬੀ, ਕਿ ਇੰਨੇ ਮਾਨ ਸਨਮਾਨ ਹਾਸਲ ਨੇ। ਪਰ ਸਭ ਤੋਂ ਵੱਡਾ ਮਾਨ ਸਨਮਾਨ ਇਹ ਹੈ ਕਿ ਤੁਹਾਡੇ ਕਵਿਤਾਵਾਂ ਦੇ ਰੂਪ ਚ ਹਰ ਇੱਕ ਦੇ ਦਿਲ ਦੇ ਵਿੱਚ ਵਸੇ ਹੋਏ ਜੇ। ਬਿਲਕੁਲ ਬਹੁਤ ਵਧੀਆ ਹੈ। ਇੱਕ ਮੈਨੂੰ ਇਹਦੇ ਤੁਹਾਡੇ ਕਿਸੇ ਸ਼ਾਇਰਾਂ ਦੀਆਂ ਲਾਈਨਾਂ ਯਾਦ ਤੁਹਾਡੇ ਤੇ ਢੁਕਦੀਆਂ ਨੇ ਕਿ ਆਪਣੇ ਰਸਤੇ ਸੋਚ ਸੁਤੰਤਰ, ਮਰਦਾਂ ਦੇ ਹੱਥ ਡੋਰ ਨਹੀਂ, ਸੰਘਰਸ਼ਾਂ ਨੇ ਸਿੱਧ ਕਰ ਦਿੱਤਾ, ਹੁਣ ਔਰਤ ਕਮਜ਼ੋਰ ਨਹੀਂ। ਇਹ ਔਰਤ ਤੂੰ ਮੋਦੀ ਮੂਰਤ, ਚੰਡੀ ਵੀਏ ਵਕਤ ਪੈ ਦੇ, ਕੁਦਰਤ ਤੇ ਸਿਰਜਣ ਦੇ ਅੰਦਰ ਤੇਰੇ ਵਰਗਾ ਕੋਈ ਹੋਰ ਨਹੀਂ। ਮੈਂ ਕਹਾਂਗੀ ਕਿ ਅਰਤਿੰਦਰ ਸੰਧੂ ਜੀ ਵਰਗਾ ਕੋਈ ਹੋਰ ਨਹੀਂ। ਬਹੁਤ ਵਧੀਆ, ਬਹੁਤ ਹੀ, ਅੱਜ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਕਿੰਨਾ ਵਧੀਆ ਲੱਗ ਰਿਹਾ ਹੈ। ਤੁਹਾਡੀਆਂ ਕੁਝ ਕਵਿਤਾਵਾਂ ਹੀ ਸੁਣੀਆਂ ਨੇ ਹਜੇ, ਇੱਕ ਕੁਝ 0.some% ਹੀ ਤੁਹਾਡੀਆਂ ਕਵਿਤਾਵਾਂ ਤੇ ਤੁਹਾਡੇ ਖਿਆਲ ਅਸੀਂ ਸਾਂਝੇ ਕਰ ਸਕੇ ਹਾਂ। ਤੇ ਆਪਣਾ ਸਮਾਂ ਵੀ ਹੋ ਰਿਹਾ। ਅਸੀਂ ਕਿਸੇ ਵੱਡੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਸਾਰੀਆਂ ਕਵਿਤਾਵਾਂ ਨੂੰ ਦੁਬਾਰਾ ਸੁਣਾਂਗੇ। ਆਫਲਾਈਨ ਵੀ ਕਈ ਵਾਰੀ ਅਸੀਂ ਤੁਹਾਨੂੰ ਸੁਣਦੇ ਰਹਿੰਦੇ ਹਾਂ। ਤੇ ਤੁਸੀਂ ਕੋਈ ਐਜ਼ ਏ ਸਾਹਿਤ ਸਿਰਜਕ ਹੋਣ ਦੇ ਨਾਤੇ ਕੋਈ ਸੰਦੇਸ਼ ਦੇਣਾ ਚਾਹੋ ਆਪਣੀਆਂ ਔਰਤਾਂ ਨੂੰ ਵੀ ਤੇ ਮਰਦਾਂ ਨੂੰ ਵੀ, ਕੋਈ ਸੰਦੇਸ਼ ਜ਼ਰੂਰ ਦਿਓ। ਮੇਰਾ ਸੰਦੇਸ਼ ਇਹ ਹੈ ਜਿਹੜਾ ਇਸ ਕਵਿਤਾ ਵਿੱਚ ਹੈ ਕਿ ਔਰਤਾਂ ਨੂੰ, ਜੋ ਥੋਰ ਵਿੱਚ ਤੇ ਇਸ ਕਵਿਤਾ ਵਿੱਚ ਹੈ, ਕਿ ਔਰਤਾਂ ਨੂੰ ਬੇਸ਼ੱਕ ਅਸੀਂ ਸਹਿ ਹੋਂਦਾ, ਅਸੀਂ ਮਰਦਾਂ ਨਾਲ, ਪਰਿਵਾਰ ਨਾਲ, ਸਭ ਨਾਲ ਰਹਿਣਾ ਹੈ, ਪਰ ਜਦੋਂ ਅਸੀਂ ਆਪਣੇ ਇੱਕ ਤਾਂ ਆਪਣੇ ਅੰਦਰ ਦੇ ਜਿਹੜਾ ਟੈਲੈਂਟ ਹੈ, ਆਪਣੇ ਅੰਦਰ ਦਾ ਜੋ ਸੈਲਫ ਹੈ, ਉਹਨੂੰ ਖਤਮ ਨਾ ਹੋਣ ਦੇਈਏ, ਉਹਨੂੰ ਆਪ ਹੀ ਬਚਾ ਕੇ ਬਹੁਤ ਅੱਛਾ ਜੀ, ਕਿਸੇ ਨੇ ਨਹੀਂ ਰੱਖਣਾ, ਆਪ ਹੀ ਬਚਾ ਕੇ ਰੱਖਣਾ। ਤੇ ਉਹਦੇ ਵਾਸਤੇ ਕਦੀ ਵੀ ਕਿਸੇ ਤੋਂ ਉਮੀਦ ਨਾ ਰੱਖੀ ਜਾਵੇ। ਮੈਂ ਜਿੱਥੇ ਕੁੜੀਆਂ ਕਾਲਜ ਵਗੈਰਾ ਜਿੱਥੇ ਵੀ ਮੈਂ ਕਦੀ ਉਹਨਾਂ ਨਾਲ ਵਿਚਾਰ ਸਾਂਝੇ, ਮੈਂ ਉਹ ਕਹਿੰਦੀ ਕਿ ਤੁਸੀਂ ਕਦੀ ਕਿਸੇ ਤੋਂ ਉਮੀਦ ਨਾ ਰੱਖੋ, ਕਦੀ ਕਿਸੇ ਕੋਲੋਂ ਕੁਝ ਫੇਵਰ ਲੈਣ ਦੀ ਕੋਸ਼ਿਸ਼ ਨਾ ਕਰੋ। ਮੈਂ ਰਿਜ਼ਰਵੇਸ਼ਨਸ ਦੇ ਉਲਟਿਆਂ ਕਿ ਔਰਤਾਂ ਨੂੰ ਦਿੱਤਾ ਜਾਏ, ਉਹ ਕਵਿਤਾ ਪੜ੍ਹਦੇ ਔਰਤਾਂ ਨੂੰ, ਇਹਨਾਂ ਨੂੰ ਖੰਭ ਦਿਓ, ਇਹਨਾਂ ਨੂੰ ਐਨਰਜੀ ਦਿਓ, ਨਥਿੰਗ। ਇਹਨੂੰ ਸਿਰਫ ਇਨਸਾਨ ਸਮਝੋ। ਔਰਤ ਨੂੰ ਜਦ ਇਨਸਾਨ ਹੋਣ ਦੇ ਸਾਰੇ ਹੱਕ ਦੇ ਦਿਓ, ਤਾਂ ਔਰਤ ਨੂੰ ਕੁਝ ਵੀ ਹੋਰ ਨਹੀਂ ਚਾਹੀਦਾ। ਜੀ
ਬਿਲਕੁਲ ਜੀ, ਬਿਲਕੁਲ ਮੈਂ ਵੀ ਇਹ ਕਹਿੰਨੀ ਆ ਕਿ ਔਰਤ ਨੂੰ ਤੁਸੀਂ ਔਰਤ ਹੋਣ ਦਾ ਹੀ ਮਾਣ ਦਿਓ, ਇੰਨਾ ਹੀ ਬਹੁਤ ਜ਼ਿਆਦਾ ਹੈ। ਸੋ ਅਰਤਿੰਦਰ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਕਿਉਂ ਸਮਾਂ ਬਹੁਤ ਕੀਮਤੀ ਹੈ ਤੇ ਇਸ ਕੀਮਤੀ ਸਮੇਂ 'ਚ ਤੁਸੀਂ ਸਾਡੇ ਪ੍ਰੋਗਰਾਮ ਲਈ ਸਮਾਂ ਕੱਢਿਆ। ਬਹੁਤ ਬਹੁਤ ਸ਼ੁਕਰੀਆ ਜੀ ਆਪ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਵੀ ਸ਼ੁਕਰੀਆ ਤੇ ਮੈਨੂੰ ਸਾਰਿਆਂ ਦੇ ਰੂਬਰੂ ਕਰਨ ਵਾਸਤੇ, ਤੇ ਇੰਨੇ ਸਾਰਾ ਬੇਸ਼ੱਕ ਟਾਈਮ ਕਿੰਨਾ, ਲੇਕਿਨ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਬਿਲਕੁਲ ਬਹੁਤ ਸਾਰੀਆਂ ਗੱਲਾਂ ਕੀਤੀਆਂ, ਸਾਰੇ ਵਿਸ਼ੇ ਬਹੁਤ ਤੇ ਅੱਛਾ ਗੱਲਾਂ ਲੱਗਾ। ਸਭ ਦਾ, ਦੀਪ ਸੰਧੂ ਜੀ ਦਾ, ਤੁਹਾਡਾ ਵੀ, ਸਭ ਦਾ ਨਾਲ ਜੁੜੇ ਹੋਏ ਜਿਹੜੇ ਪ੍ਰੋ, ਸਭ ਦਾ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ। रंग 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 FM, रंग 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 FM। ਚੁੱਪ ਨੂੰ ਵੀ ਹੁਣ ਬੋਲ ਮਿਲੇ ਨੇ, ਸੱਤੇ ਬੂਹੇ ਖੋਲ ਮਿਲੇ ਨੇ। ਹਰ ਚਾਨਣ ਦਾ ਜਾਇਆ ਉਹ ਜ਼ਿੰਦਗੀ ਸੰਗ ਬੋਲੂਗਾ, ਹੁਣ ਰੰਗ ਬੋਲੂਗਾ।